सतनाम श्री वाहिगुरु साहिब जी। एक ओंकार सतनाम। करता पुरख निरभउ निर्वैर, अकाल मूरत अजूनी सैभं गुर प्रसाद जप। आद सच जुगाद सच, है पी सच नानक होसी पी सच। चक्र चिन्ह अर बरन जात अर पात नहन जेह, रूप रंग अर रेख पेख को कह न सक्त केह। अचल मूरत अनपव प्रकाश अमित ओज कहेजा, कोट इंद्र इंद्राण साहि साहान गणिजा। त्रिभुवन महीप सुर नार्य सुर, नेत नेत बांतरण कहत। ता सर्वनाम कथ कवन, कर्म नाम वर्णत सुमत। कहाँ बुद्ध प्रभुतोष हमारी, बरन सकै महिमा जो तिहारी। हम ना सख्त कर सिफत तुम्हारी, आप लिहो तुम कथा सुधारी। मूकी उच्चर शास्त्र खाट, पिंग गिरन चढ़ जाए। अंध लख भद्रो सुनै, जो काल कृपा कराए। डंडौत बंदन कबार, सर्व कला सुमरत। डोलन ते राखो प्रभु, नानक दे कर हाथ। डोलन ते राखो प्रभु, नानक दे कर हाथ। सतनाम श्री वाहिगुरु साहिब जी। सोठ महला पंजवा। तान संतन का तान संतन का, मन संतन का किया। संत प्रसाद हर नाम ध्याया, सर्व कुशल तब थिया। तान संतन का तान संतन का, मन संतन का किया। संत प्रसाद हर नाम ध्याया, सर्व कुशल तब थिया। संतन बिन अवर न दाता बिया, जो जो शरण परै साधु की। सो पार गरामी किया रहाव, कोट पराध मिठै जन सेवा। हर कीर्तन रस गाइया, इहाँ सुख आगे मुख उज्जल। जन का संग वड भागी पाइया, रसना एक अनेक गुण पूरन। जन की केत के उपमा कहिए, अगम अगोचर साधे बनासी। शरण संतन की लहिए, निर्गुण नीच अनाथ अपराधी। ऊठ संतन की आही, बूढ़त मोह गृह अंधकूप मह। नानक लिहो निभाही, निर्गुण नीच अनाथ अपराधी। ओट संतन की आही, बूढ़त मोह गृह अंधकूप मह। नानक लिहो निभाही। वाहिगुरु जी का खालसा, वाहिगुरु जी की फतेह। पदत पावन भगत वत्सल कृपा निधान, मेहरा दे खजाने। ज्योति स्वरूप गरीब नवाज पातशाह, धन धन सतगुरु श्री गुरु ग्रंथ साहब महाराज सच्चे पातशाह जी की अपार कृपालता हुई। अमृत वेले सच्चे पातशाह जी ने दर्शन बख्शे हैं। गुरु साहब जी के हजूर पंज बाणियां दे नितनेम, श्री सुखमनी साहब जी के पाठ, वाहिगुरु मंत्र के जाप, आसा जी दी वार दे कीर्तन होए। उपरंत लड़ीवार गुरु की बाणी की कथा विचार।
ਜੋ ਇਸ ਪਵਿੱਤਰ ਸਥਾਨ ਤੇ ਚੱਲਦੀ ਪਈ ਹੈ ਆਪਾਂ ਰੋਜ਼ ਵਿਚਾਰਦੇ ਹਾਂ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਸੋਠ ਰਾਗ ਵਿੱਚ। ਜਿਵੇਂ ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸਭ ਤੋਂ ਵੱਧ ਅਪਾਰ ਕਿਰਪਾਲਤਾ ਕੀਤੀ, ਬਾਣੀ ਉਚਾਰਨ ਕੀਤੀ, ਸਾਰੇ ਸਤਿਗੁਰੂ ਸਰੂਪਾਂ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਸ਼ਬਦ ਜ਼ਿਆਦਾ ਨੇ। ਮਹਾਰਾਜ ਜੀ ਨੇ ਆਪ ਬਾਣੀ ਉਚਾਰਨ ਕੀਤੀ, ਫਿਰ ਸਾਰੀ ਬਾਣੀ ਦੀ ਸੰਪਾਦਨਾ ਕੀਤੀ, ਫਿਰ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਗੁਰਬਾਣੀ ਦਾ ਅਦਬ ਸਤਿਕਾਰ ਕਰਕੇ ਆਪਾਂ ਨੂੰ ਵਿਖਾਲ ਦਿੱਤਾ। ਪੋਥੀਆਂ ਰੂਪ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਬਾਣੀ ਲੈ ਕੇ ਗੋਇੰਦਵਾਲ ਸਾਹਿਬ ਤੋਂ ਆਏ ਅੰਮ੍ਰਿਤਸਰ, ਨੰਗੇ ਚਰਣੀ ਪੋਥੀਆਂ ਵਾਲੀ ਪਾਲਕੀ ਤੇ ਚੌਰ ਸਾਹਿਬ ਕਰਦੇ ਹੋਏ ਲੈ ਕੇ ਆਏ ਸਨ। ਔਰ ਇਹ ਹੁਕਮ ਵੀ ਕਰ ਦਿੱਤਾ ਸੀ, ਮੇਰੇ ਸਰੀਰ ਤੇ ਜਾਂ ਤੇ ਹੈ ਦੀਰਘ ਸਾਹਿਬ ਜਾਨ ਅਦਾਇਬ ਕਹੇ ਹੈ। ਕਹਿੰਦੇ ਇਹ ਪੰਜਾਂ ਤੱਤਾਂ ਦੇ ਸਰੀਰ ਨਾਲੋਂ ਵੱਧ ਸਤਿਕਾਰਯੋਗ ਬਾਣੀ ਹੈ, ਕਿਉਂਕਿ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਇਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਹੈ। ਗੁਰੂ ਸਾਹਿਬ ਜੀ ਦਾ ਸਰੀਰ ਵੀ ਅਤਿਅੰਤ ਸਤਿਕਾਰਯੋਗ ਹੁੰਦਾ, ਪਰ ਸਰੀਰ ਆਉਣ ਜਾਣ ਵਾਲੀ ਵਸਤੂ ਹੈ। ਸ਼ਬਦ ਸਦਾ ਰਹਿਣਾ ਹੁੰਦਾ, ਇਸ ਕਰਕੇ ਅਬਨਾਸੀ ਇਸ ਸ਼ਬਦ ਦਾ ਸਤਿਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਜ਼ਿਆਦਾ ਕਰਕੇ ਦਿਖਾਇਆ। ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਕੇ ਆਪ ਸੰਗਤ ਵਿੱਚ ਬੈਠੇ। ਜਿਸ ਪਲੰਘੇ ਉੱਪਰ ਇੱਕ ਵਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਖਾਸਨ ਕਰ ਦਿੱਤਾ, ਉਸ ਪਲੰਘੇ ਉੱਤੇ ਫਿਰ ਆਪ ਕਦੇ ਨਹੀਂ ਬੈਠੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਸ਼ੇਸ਼ ਕਰਕੇ ਕਿਰਪਾ ਕੀਤੀ ਔਰ ਦੱਸਿਆ ਕਿ ਅਦਬ ਸਤਿਕਾਰ ਆਪਾਂ ਗੁਰੂ ਕੀ ਬਾਣੀ ਦਾ ਸ਼ਬਦ ਦਾ ਕਿਵੇਂ ਕਰਨਾ ਹੈ। ਧੰਨ ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਜਿਨ ਭੈ ਬਾਣੀ ਅਦਬ ਨ ਧਾਰਾ, ਜਾਣਹੁ ਸੋ ਸਿੱਖ ਨਹੀਂ ਹਮਾਰਾ। ਜਿਹਨੇ ਬਾਣੀ ਦਾ ਭੈ ਨਹੀਂ ਕੀਤਾ, ਅਦਬ ਨਹੀਂ ਕੀਤਾ, ਸਤਿਕਾਰ ਨਹੀਂ ਕੀਤਾ, ਕਹਿੰਦੇ ਜਾਣ ਲਓ ਸਾਡਾ ਸਿੱਖ ਨਹੀਂ ਹੈ। ਸਿੱਖ ਗੁਰੂ ਕੇ ਬਾਣੀ ਦਾ, ਗੁਰੂ ਸਾਹਿਬ ਜੀ ਦੇ ਬਚਨ ਦਾ, ਸ਼ਬਦ ਦਾ ਸਤਿਕਾਰ ਕਰਦਾ ਹੈ। ਇਸ ਲਈ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵਿਸ਼ੇਸ਼ ਅਪਾਰ ਕਿਰਪਾਲਤਾ ਕੀਤੀ, ਬਹੁਤ ਵੱਡਾ ਪਰਉਪਕਾਰ ਕੀਤਾ ਹੈ, ਜਿਸ ਕਰਕੇ ਸੰਸਾਰ ਦੇ ਜੀਵਾਂ ਦਾ ਭਲਾ ਹੁੰਦਾ ਪਿਆ। ਐਸੇ ਮਹਾਨ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਸੋਠ ਰਾਗ ਵਿੱਚ ਆਪਾਂ ਵਿਚਾਰ ਕਰਕੇ ਲਾਹਾ ਪ੍ਰਾਪਤ ਕਰਨਾ ਹੈ। ਸੋਠ ਮਹੱਲਾ ਪੰਜਵਾ। ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ। ਕਹਿੰਦੇ ਸਾਡਾ ਤਨ, ਮਨ, ਧਨ ਸਭ ਸੰਤਾਂ ਦਾ ਹੀ ਹੈ। ਇਹ ਸਭ ਗੁਰੂ ਸਾਹਿਬ ਜੀ ਦੀ ਦਿੱਤੀ ਹੋਈ ਦਾਤ। ਜਿਹੜਾ ਆਪਾਂ ਮਹਾਰਾਜ ਜੀ ਦਾ ਬਚਨ ਪੜ੍ਹਦੇ ਹਾਂ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਇਹਦਾ ਵੀ ਅਰਥ ਇਹੀ ਹੈ ਵੀ ਇਹ ਤਨ ਮਨ ਧਨ ਸਾਰਾ ਗੁਰੂ ਦਾ ਦਿੱਤਾ ਹੋਇਆ ਜਾਣਨਾ ਹਮੇਸ਼ਾ ਵਾਸਤੇ। ਇਸ ਲਈ ਕਹਿੰਦੇ ਨੇ ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ। ਕਹਿੰਦੇ ਨੇ ਮਿਲਾਪ ਬਾਬਾ ਬੁੱਢਾ ਜੀ ਨੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਨਾਲ ਕਰਵਾ ਦਿੱਤਾ ਹੈ। ਇੱਥੇ ਸੰਤ ਗੁਰੂ ਸਾਹਿਬ ਜੀ ਲਈ ਵੀ ਆਪਾਂ ਕਹਿ ਸਕਦੇ ਹਾਂ, ਔਰ ਬਾਬਾ ਬੁੱਢਾ ਜੀ ਵਾਸਤੇ ਵੀ, ਜਿਹੜੇ ਬਿਲਕੁਲ ਸ਼ਾਂਤ ਆਤਮਾ ਨੇ, ਇੰਦਰਜਿਤ ਮਹਾਂਪੁਰਖ ਨੇ। ਉਹਨਾਂ ਨੇ ਤਕਰੀਬਨ 2 ਸਾਲ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨਾਲ ਕਰਵਾਇਆ। ਜਿੱਥੇ ਮਹਾਰਾਜ ਜੀ ਨੇ ਬਚਨ ਕੀਤੇ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮਹਿ ਪਾਇਆ, ਉੱਥੇ ਵੀ ਭਾਗ ਹੋਆ ਗੁਰ ਸੰਤ ਮਿਲਾਇਆ। ਬਾਬਾ ਬੁੱਢਾ ਜੀ ਨੂੰ ਆਖਿਆ ਗਿਆ ਕਿ ਬਾਬਾ ਬੁੱਢਾ ਜੀ ਨੇ ਕਿਰਪਾ ਕੀਤੀ, ਸਾਡਾ ਮਿਲਾਪ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਕਰਵਾ ਦਿੱਤਾ। ਇਸ ਲਈ ਉਹਨਾਂ ਦਾ ਧੰਨਵਾਦ ਹੈ। ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ। ਕਹਿੰਦੇ ਤਾਨ, ਮਾਨ, ਧਨ ਜੋ ਕੁਝ ਵੀ ਸਾਡੇ ਕੋਲੇ ਹੈ, ਇਹ ਸਭ ਸੰਤਾਂ ਦੀ ਬਖਸ਼ਿਸ਼ ਹੈ, ਸੰਤਾਂ ਦੀ ਬਰਕਤ ਹੈ, ਉਹਨਾਂ ਦਾ ਦਿੱਤਾ ਹੋਇਆ ਸਾਰਾ ਪਦਾਰਥ ਹੈ। ਸੰਤ ਪ੍ਰਸਾਦ ਹਰ ਨਾਮ ਤੇ ਆਇਆ। ਫਿਰ ਕਹਿੰਦੇ ਸੰਤਾਂ ਦੀ ਕਿਰਪਾ ਨਾਲ ਹੀ ਅਸੀਂ ਨਾਮ ਜਪਿਆ ਹੈ। ਅਸੀਂ ਸੰਤਾਂ ਦੀ ਮਿਹਰ ਨਾਲ, ਉਹਨਾਂ ਦੀ ਸੰਗਤ ਕਰਨ ਕਰਕੇ ਨਾਮ ਵਾਲੇ ਪਾਸੇ ਆਏ ਹਾਂ। ਸਰਬ ਕੁਸ਼ਲਤਾ ਥੀਆ, ਤਾਂ ਕਰਕੇ ਸਾਰੇ ਪਾਸਿਓਂ ਸੁੱਖ ਹੋਈ। ਜੇ ਉਹਨਾਂ ਨੇ ਕਿਰਪਾ ਕੀਤੀ
ਨਾਮ ਜਪਿਆ, ਕਿਉਂਕਿ ਮਹਾਰਾਜ ਦੇ ਬਚਨ ਨੇ ਸੰਤਨ ਹੱਥ ਰਾਖੀ ਕੂੰਜੀ। ਨਾਮ ਜਪਾਉਣ ਦੀ ਸਾਧ ਸੰਗਤ ਜੀ ਕੁੰਜੀ, ਤਰੀਕਾ, ਵਿਧੀ ਸੰਤਾਂ ਕੋਲੇ ਹੁੰਦੀ ਹੈ। ਬਸ ਕੋਈ ਨਾ ਕੋਈ ਬਚਨ ਕਰਕੇ, ਕੋਈ ਪ੍ਰਮਾਣ ਦੇ ਕੇ, ਕਿਸੇ ਤਰੀਕੇ ਨਾਲ ਉਹ ਸਮਝਾ ਦਿੰਦੇ, ਭਾਈ ਤੇਰਾ ਜਿਹੜਾ ਜੀਵਨ ਦਾ ਮਨੋਰਥ ਹੈ ਨਾਮ ਜਪਣਾ। ਇਸ ਲਈ ਉਹਨਾਂ ਕੋਲੇ ਇਹ ਵਿਧੀ ਹੈ, ਤਾਂ ਉਹਨਾਂ ਦੀ ਸੰਗਤ ਵਾਸਤੇ ਬਹੁਤ ਵਾਰ ਆਪਾਂ ਨੂੰ ਪ੍ਰੇਰਨਾ ਦਿੱਤੀ ਜਾਂਦੀ ਹੈ। ਮਹਾਰਾਜ ਜੀ ਨੇ ਅਨੇਕਾਂ ਬਚਨ ਕੀਤੇ ਨੇ, ਭਾਈ ਤੁਸੀਂ ਕਿਸੇ ਗੁਰਮੁਖ ਦੀ ਮਹਾਂਪੁਰਸ਼ ਦੀ ਸੰਗਤ ਕਰੋ, ਤੁਹਾਨੂੰ ਪਤਾ ਲੱਗੇ ਜੀਵਨ ਦਾ ਮਨੋਰਥ ਕੀ ਹੈ। ਸੋ ਉਹਨਾਂ ਦੀ ਕਿਰਪਾ ਕਰਕੇ ਨਾਮ ਵਾਲੇ ਪਾਸੇ ਬੰਦਾ ਆ ਜਾਂਦਾ। ਭਾਈ ਵੀਰ ਸਿੰਘ ਜੀ ਦੇ ਲਿਖੇ ਹੋਏ ਬਚਨ ਨੇ, ਉਹ ਕਹਿੰਦੇ ਨੇ ਕੁਝ ਲੋਕ ਐਸੇ ਹੁੰਦੇ ਜਿਹੜੇ ਨਾ ਪਰਮਾਤਮਾ ਨੂੰ ਮੰਨਦੇ, ਨਾ ਕਿਸੇ ਸਾਧੂ ਸੰਤ ਨੂੰ ਮੰਨਦੇ, ਨਾ ਉਹ ਕਿਸੇ ਕਲਾ ਨੂੰ, ਕਿਸੇ ਅਜਮਤ ਨੂੰ ਮੰਨਦੇ ਨੇ। ਅਸਲ ਵਿੱਚ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ, ਕਿਉਂਕਿ ਨਾ ਉਹਨਾਂ ਨੇ ਉਹ ਰਸ ਚੱਖਿਆ ਹੁੰਦਾ। ਜਿਹੜੀ ਚੀਜ਼ ਆਪਾਂ ਦੇਖੀ ਨਹੀਂ ਉਹਨੂੰ ਮੰਨਣਾ ਕਈ ਵਾਰੀ ਕਠਿਨ ਹੁੰਦਾ। ਜਿੱਥੋਂ ਤੱਕ ਆਪਣੀ ਪਹੁੰਚ ਨਾ ਹੋਵੇ ਆਪਾਂ ਕਹਿੰਦੇ ਉਹ ਹੈਗੀ ਨਹੀਂ। ਜਿਸ ਬੰਦੇ ਨੇ ਕਦੇ ਰੇਲ ਨਹੀਂ ਚੱਲਦੀ ਦੇਖੀ, ਉਹਨੂੰ ਕੋਈ ਸਮਝਾਵੇ ਵੀ 2.5 ਇੰਚ ਦੀ ਚੌੜੀ ਪਟੜੀ ਤੇ ਇੰਨੀ ਵੱਡੀ ਭਾਰੀ ਲੰਮੀ ਵਜਨੀ ਰੇਲ ਇੰਨੀ ਤੇਜ਼ੀ ਨਾਲ ਦੌੜ ਲੈਂਦੀ ਹੈ ਟ੍ਰੇਨ, ਕਦੀ ਨਹੀਂ ਦੇਖੀ, ਤੇ ਯਕੀਨ ਕਰਨਾ ਉਹਨੂੰ ਔਖਾ ਵੀ ਇਦਾਂ ਕਿੱਦਾਂ ਹੋ ਸਕਦਾ। ਪਰ ਜਦੋਂ ਦੇਖੀ ਜਿਨ੍ਹਾਂ ਨੇ ਉਹਨੂੰ ਪਤਾ ਹੁੰਦਾ, ਹਾਂ ਇਦਾਂ ਹੁੰਦਾ। ਇਸ ਲਈ ਭਾਈ ਵੀਰ ਸਿੰਘ ਜੀ ਕਹਿੰਦੇ ਜਿਹੜੇ ਗੁਰਮੁਖ ਇਦਾਂ ਦੇ ਹੁੰਦੇ ਨਾ, ਖੁਸ਼ ਹਿਰਦੇ ਵਾਲੇ ਲੋਕ, ਉਹਨਾਂ ਨੇ ਰਸ ਚੱਖਿਆ ਨਹੀਂ ਹੁੰਦਾ, ਇਸ ਕਰਕੇ ਉਹ ਕਹਿੰਦੇ ਹੁੰਦਾ ਹੀ ਨਹੀਂ, ਗੱਲ ਹੀ ਮੁਕਾ ਦਿੰਦੇ। ਪਰ ਉਹਨਾਂ ਨੇ ਲਿਖਿਆ, ਉਹ ਕਹਿੰਦੇ ਨੇ ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਕੱਤੀ, ਮੱਲੋ ਮੱਲੀ ਮਾਨ ਉੱਥੇ ਮਾਰਦਾ ਉਡਾਰੀਆਂ। ਕਹਿੰਦੇ ਜਿੱਥੇ ਆਪਾਂ ਬੁੱਧੀ ਦੇ ਖੰਭ ਸਾੜਦੇ ਹਾਂ ਨਾ, ਉੱਥੇ ਜਾ ਕੇ ਪਤਾ ਲੱਗਦਾ, ਕਿਉਂਕਿ ਜਦੋਂ ਤੱਕ ਆਪਣੀ ਅਕਲ ਦੇ ਘੋੜੇ ਭਜਾਈ ਜਾਵਾਂਗੇ ਉਦੋਂ ਤੱਕ ਫਿਰ ਗੁਰਮਤਿ ਗ੍ਰਹਿਣ ਕਰਨ ਦਾ ਕੰਮ ਔਖਾ ਹੁੰਦਾ, ਕਿਉਂਕਿ ਇਹ ਰੁਕਾਵਟ ਬਣਦੀ। ਮਹਾਰਾਜ ਨੇ ਬਚਨ ਕੀਤੇ, ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਕਹਿੰਦੇ ਅਣਜਾਣ ਬੰਦਿਆ ਤੂੰ ਗੁਰੂ ਦੀ ਮੱਤ ਗ੍ਰਹਿਣ ਕਰ, ਬਹੁਤਾ ਸਿਆਣਾ ਬਣੇਗਾ ਉਹ ਤੇ ਡੁੱਬਦੇ ਹੀ ਵੇਖੇ ਅਸੀਂ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਕਹਿੰਦੇ ਬਹੁਤ ਜ਼ਿਆਦਾ ਸਿਆਣਪ ਜਮਾਂ ਕੋ ਲੈ ਕੇ ਜਾਂਦੀ ਹੁੰਦੀ। ਇਸ ਲਈ ਭਾਈ ਵੀਰ ਸਿੰਘ ਨੇ ਆਖਿਆ, ਜਿੱਥੇ ਆਪਣੀ ਬੁੱਧੀ ਦੇ ਖੰਭ ਸਾੜ ਕੇ ਸਿਰਫ ਨਿਮਾਣਾ ਤੇ ਨਤਾਣਾ ਹੋ ਕੇ ਬੰਦਾ ਆਸਰਾ ਲੈਂਦਾ, ਉੱਥੇ ਜਾ ਕੇ ਮਨ ਫਿਰ ਉਸ ਆਤਮਕ ਮੰਡਲਾਂ ਦੇ ਹਲਾਰੇ ਲੈਂਦਾ। ਜਿਨ੍ਹਾਂ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਕੱਤੀ, ਮੱਲੋ ਮੱਲੀ ਮਨ ਉੱਥੇ ਮਾਰਦਾ ਉਡਾਰੀਆਂ। ਆਣ ਡਿਠੇ ਪਿਆਲੇ ਨਾਲ ਬੁੱਲ ਲੱਗ ਜਾਣ, ਉੱਥੇ ਰਾਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ। ਕਹਿੰਦੇ ਉੱਥੇ ਉਹ ਰਾਸ ਆਉਂਦਾ, ਜਿਹੜਾ ਸਰੂਰ ਆਉਂਦਾ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇੱਕ ਲੌਕਿਕ ਪ੍ਰਮਾਣ ਹਨ। ਕਹਿੰਦੇ ਉੱਥੇ ਜਾ ਕੇ ਅਸਲ ਵਿੱਚ ਇਹ ਐਸਾ ਦੇਖਿਆ ਹੋਇਆ ਪਿਆਲਾ ਰਸ ਦਾ, ਜਿਸ ਵਿੱਚ ਬਹੁਤ ਖੁਮਾਰੀ, ਜਿਸ ਵਿੱਚ ਬਹੁਤ ਆਨੰਦ ਹੈ। ਪਰ ਕਹਿੰਦੇ ਜਿਹੜਾ ਕੋਈ ਵਾਚ ਗਿਆਨੀ ਹੁੰਦਾ, ਅਖਰੀ ਗਿਆਨੀ ਸਾਨੂੰ ਹੋੜਦਾ ਤੇ ਵਹਿਮੇ ਢੋਲਾ ਆਖਦਾ। ਕਹਿੰਦੇ ਜਿਹੜੇ ਇਹੋ ਜਿਹੇ ਅਖਰੀ ਗਿਆਨੀ ਉਹ ਸਾਨੂੰ ਰੋਕਦੇ, ਕਹਿੰਦੇ ਤੈਨੂੰ ਵਹਿਮ ਪੈ ਗਿਆ ਵੀ ਏਦਾਂ ਦਾ ਕੁਛ ਨਹੀਂ ਹੁੰਦਾ, ਇਹ ਸਿਰਫ ਤੇਰਾ ਸ਼ੱਕ ਹੀ ਹੈ। ਤਰ ਗਏ ਉਹ ਜਿਨੀ ਲਾਈਆਂ ਬੁੱਧੋ ਪਾਰ ਤਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੇ ਦੇਸ਼ ਵਿੱਚ। ਕਹਿੰਦੇ ਅਸੀਂ ਆਖਿਆ ਤੂੰ ਬਹਿ ਜਾ ਗਿਆਨੀ, ਚੁੱਪ ਕਰਕੇ, ਤੈਨੂੰ ਨਹੀਂ ਪਤਾ, ਤੂੰ ਬੁੱਧੀ ਮੰਡਲ ਦੀ ਕੈਦ ਵਿੱਚ ਹੈ। ਇਹ ਬੁੱਧੀ ਤੋਂ ਪਰੇ ਦੀ ਗੱਲ ਹੈ। ਜਿੱਥੇ ਬੰਦਾ ਅਕਲ ਤੋਂ ਪਾਰ ਹੁੰਦਾ, ਇਹ ਉਹ ਰਸ ਹੈ, ਤੇਰੇ ਵੱਸ ਦੀ ਗੱਲ ਨਹੀਂ ਹੈਗੀ, ਕਿਉਂਕਿ ਤੇਰੀ ਉੱਥੋਂ ਤੱਕ ਪਹੁੰਚ ਨਹੀਂ। ਇਸ ਵਾਸਤੇ ਤੇਰੇ ਵਾਸਤੇ ਇਹ ਗੱਪ ਹੈ, ਤੈਨੂੰ ਪਤਾ ਨਹੀਂ। ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਅਸੀਂ ਲਾ ਲਈਆਂ ਤਾਰੀਆਂ। ਕਹਿੰਦੇ ਤੈਨੂੰ ਪਤਾ ਨਹੀਂ ਅਸਲ 'ਚ ਮਨ ਸਾਡਾ ਕਿੱਥੇ ਤਾਰੀਆਂ ਮਾਰਦਾ ਇਸ ਵੇਲੇ। ਤੂੰ ਆਪਣੀ ਅਕਲ ਦੇ ਘੇਰੇ 'ਚ ਉਦੋਂ ਅੱਗੇ ਸੋਚ ਨਹੀਂ ਸਕਦਾ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਸਾਧ ਸੰਗਤ ਜੀ ਬਹੁਤ ਪੰਥ ਦੀ ਸੇਵਾ ਕੀਤੀ ਕਥਾ ਦੁਆਰਾ, ਤੇ ਉਹਨਾਂ ਨੇ ਇੱਕ ਵਾਰ ਭਗਤ ਰਵਿਦਾਸ ਸਾਹਿਬ ਜੀ ਦੇ ਸ਼ਬਦ ਦੀ ਵਿਆਖਿਆ ਕੀਤੀ, ਬੇਗਮਪੁਰਾ ਸ਼ਹਿਰ ਕੋ ਨਾਓ ਦੁਖ ਦੋ ਨਹੀਂ ਤੇ ਠਾਓ। ਬੜੀ ਵਧੀਆ ਵਿਆਖਿਆ ਕੀਤੀ,
बहुत कमाल दी। उत्थे संत बाबा अतर सिंह जी भी बैठे सन स्टेज ते सुनते पे सी। जदों उन्होंने व्याख्या की समाप्ति की तां महापुरुषों ने उन्होंने कोल बिठा के आख्या भाई तुसीं बहुत कमाल की व्याख्या की है, बहुत रस आया, पर जिस बेगमपुरे की तुसीं व्याख्या की है ਇਹਦਾ कदी झलकारा भी वेख्या? उन्हें आख्या नहीं बाबा जी ਇਹਦਾ झलकारा की वेखना हुंदा, ये सिर्फ मन की उडारी है। भगत रविदास साहब जी ते मन ने कल्पना की, उन्होंने लिख दिता, उचार दिता, इदां दा बेगमपुरा हुंदा ते है नहीं कोई, ये तो सिर्फ एक सोच ही है। तो बाबा अतर सिंह जी ने आख्या ये तो बहुत नुकसान वाली गल है। तुसी बाणी दे व्याख्याकार जे तुसी मानते नहीं भी इस तरह की कोई चीज़ हुंदी है, उवें ही लिख दी, तुसी नुकसान करोगे। ये तो तुहाडे तो भला होना चाहिए। तुसी खुद विश्वास नहीं करते पे, मानते नहीं। तो उन्होंने आख्या जी मैं किवें मन्ना, मैनूं लगदा भी इदां हुंदा नहीं, ऐसा बेगमपुरा तो कोई नहीं हुंदा। फिर उन्होंने संतां ने अरदास की, महाराज इन्हूं समत बख्शो, इन्हें तो सेवा करनी तो व्याख्याकार विद्वान है, इहदा अगर अपना यकीन ना बजाए तो बहुत लोगों का नुकसान करेगा। फिर कहते उस वेले वो अरदास करके तो उन्होंने उहदे मोढे ते हथ रखिया, कहते भी हुण दस भी। वो फिर ऐसी महाराज की कृपा वरती, उन्होंने कुछ दसिया। फिर उन्होंने आख्या भी हाँ हुंदा जी बेगमपुरा, ऐसी हुंदी अवस्था जिन्होंने भगत रविदास जी ने आख्या भी उत्थे कोई चिंता नहीं हुंदी, कोई गम नहीं हुंदा, कोई फिक्र नहीं हुंदा, आनंद ही आनंद हुंदा उत्थे सिर्फ। भी हुण मैं मन्निया। उदों बाद उन्होंने 3 पोथियां लिखियां और हर पोथी विच उन्होंने लिखा भी जो गुरु साहब जी ने उचारण कर दिता गुरमुखो दा अखर अखर सत्य है। भुल के भी कभी शंका नहीं करना, जे आप दी समझ च नहीं आउंदा इहदा अर्थ है अपनी समझ का दायरा छोटा। पर इहदा मतलब यह नहीं भी जो लिख दिता वो है नहीं। महाराज की बाणी ते अखर अखर ते भरोसा करना। फिर उन्होंने लिखिया 3 पोथियां, पर पहला नहीं सी मानते, क्योंकि जदों तक बंदा अपनी अकल के घेरे च उदों तक उन्नी गल मानदा जिन्नी उहदी अकल च आउंदी, जिन्नी समझ च आउंदी। जिहड़ी समझ तो बाहर है वो कहता है हुंदी नहीं। बहुत कुछ भाई वीर सिंह जी ने आख्या गुरमुखो अपनी अकल के घेरे तो बाहर है, इसलिए उन्हें आख्या बैठ वे ज्ञानी बुद्धि मंडले की कैद में। कहते बह जा ज्ञानी, तैनूं नहीं पता, तू हैगा बुद्धि मंडल की कैद च, तेरे वास की यह गल नहीं हैगी। तेनू पता नहीं असल च भी वो किस आत्मक आनंद की गल चलती पई। हुण महाराज तीसरे पातशाही दे बचन ने आनंद आनंद सब को कहे आनंद गुरु ते जाणिया। कहंदे कहण नूं तां आनंद सारी दुनिया कहंदी है, किसी नूं खाण च आनंद, किसी नूं पहिनण च आनंद, किसी नूं अहुदे च आनंद, किसी नूं पदार्थां च आनंद, किसी नूं रंग तमाशिਆਂ च आनंद। हरेक दा मन किते ना किते आनंद माणदा। सारे कहंदे ने इत्थे आनंद उत्थे आनंद, पर महाराज तीसरे पातशाह कहंदे असल च गुरमुखो जिहड़ा असल आनंद है ना आत्मक आनंद, ਉਹਦਾ पता गुरु साहब को लगता। जदों महाराज मेहर करन सिर ते हथ रखण फिर पता लगता भी असल च ये आनंद उस आनंद तो वखरा गुरमुखो। आनंद आनंद सब को कहे आनंद गुरु ते जाणिया, जाणिया आनंद सदा गुर ते कृपा करे प्यारिया, कर कृपा किल विख कटे। कहंदे वो आनंद है जिस करके पाप कटे जाते, बज्जर पाप कटे जाते। वो आनंद है जिस ते आउण तो बाद मुड़ के फिर किते लेखा नहीं देना पैंदा। जिहड़ा आनंद एक बार आउण तो बाद फिर मुड़ के इहदे च गिरावट नहीं आउंदी। पर इहदी समझ कहंदे इस आनंद की प्राप्ति आनंद गुरु ते जाणिया, ये गुरु साहब कोलों हुंदी है। अपनी अकल नाल जां अपनी सियाणप नाल ये आनंद नहीं प्राप्त किया जा सकता, क्योंकि ये एक वखरा विषय। इसलिए कहते ने जदों किसी गुरमुख की संगत मिले संत प्रसाद हर नाम ते आया।
ਸੰਤਾਂ ਦੀ ਕਿਰਪਾ ਨਾਲ ਜਦੋਂ ਕਹਿੰਦੇ ਅਸੀਂ ਨਾਮ ਜਪਣਾ ਸ਼ੁਰੂ ਕੀਤਾ, ਕਿਉਂਕਿ ਕਿਸੇ ਨੇ ਕੋਈ ਵਿੱਚ ਸਾਧਨ ਬਣ ਕੇ ਇਹ ਰਸਤਾ ਦੱਸਿਆ, ਇਹ ਕਿਰਪਾ ਕੀਤੀ, ਤੇ ਫਿਰ ਨਾਮ ਵਿੱਚੋਂ ਆਨੰਦ ਆਉਣ ਲੱਗ ਪਿਆ। ਹੋ ਸਕਦਾ ਬੰਦਾ ਪਹਿਲਾਂ ਵੀ ਜਪਦਾ ਹੋਵੇ ਪਰ ਕੋਈ ਇਕਾਗਰਤਾ ਨਾ ਬਣਦੀ ਹੋਵੇ। ਜਦੋਂ ਕਿਸੇ ਮਹਾਂਪੁਰਸ਼ ਦੀ ਥੋੜੀ ਬਹੁਤ ਸੰਗਤ ਮਿਲਦੀ ਫਿਰ ਇਹ ਕਣਕਾ ਪ੍ਰਾਪਤ ਹੁੰਦਾ। ਸੰਤ ਪ੍ਰਸਾਦਰ ਨਾਮ ਤੇ ਆਇਆ ਸਰਬ ਕੁਸਲ ਤਬ ਥੀਆ, ਕਹਿੰਦੇ ਉਸ ਵੇਲੇ ਸਾਰਾ ਆਨੰਦ ਬਣਿਆ, ਸੁਖ ਉਸ ਵੇਲੇ ਬਣਿਆ ਜਦੋਂ ਸੰਤਾਂ ਦੀ ਕਿਰਪਾ ਹੋਈ। ਸੰਤਨ ਬਿਨ ਅਵਰ ਨਾ ਦਾਤਾ ਬੀਆ, ਕਹਿੰਦੇ ਉਸ ਸੰਤ ਤੋਂ ਬਿਨਾਂ ਦੂਸਰਾ ਕੌਣ ਦਾਤਾ ਪਈ, ਜਿਹਨੇ ਇਸ ਆਨੰਦ ਦੀ ਪ੍ਰਾਪਤੀ ਕਰਵਾ ਦਿੱਤੀ। ਉਸ ਸਰਬ ਸ੍ਰਿਸ਼ਟੀ ਦੇ ਮਾਲਕ ਉਸ ਦਾਤੇ ਨਾਲ ਜੋੜ ਦਿੱਤਾ। ਸਾਡੇ ਲਈ ਕਹਿੰਦੇ ਉਹ ਵੀ ਦਾਤਾ ਹੀ ਹੈ ਭਾਈ। ਫਿਰ ਸੰਤ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਤੋਂ ਬਿਨਾਂ ਕੋਈ ਦੂਸਰਾ ਦਾਤਾ ਹੈਗਾ ਇੰਨਾ ਸਮਰੱਥ। ਉਵੇਂ 4 ਪ੍ਰਕਾਰ ਦੇ ਦਾਤਿਆਂ ਦਾ ਆਸਾ ਦੀ ਵਾਰ ਵਿੱਚ ਜ਼ਿਕਰ ਆਇਆ, ਪਰ ਕਹਿੰਦੇ ਨੇ ਅਸਲ ਦਾਤਾ ਉਹ ਐਸਾ ਸੰਗ ਜੀ ਜਿਹੜਾ ਕਿਸੇ ਦੇ ਕਰਮਾਂ ਦੀ ਵਿਚਾਰ ਕੀਤੇ ਤੋਂ ਬਿਨਾਂ ਦਾਨ ਦੇਵੇ। ਮਹਾਰਾਜ ਕਹਿੰਦੇ ਸਤਿਆ ਮਨ ਸੰਤੋਖ ਉਪਜੇ ਦੇਣਾ ਕੈ ਵਿਚਾਰ, ਦੇ ਦੇ ਮੰਗੇ ਸਹਸਾ ਗੁਣਾ ਸੋਭ ਕਰੇ ਸੰਸਾਰ। ਕੁਝ ਇਸ ਤਰ੍ਹਾਂ ਦੇ ਹੁੰਦੇ, ਦੇ ਮੰਗੇ ਸਹਸਾ ਗੁਣਾ, ਥੋੜਾ ਦੇਣਾ, ਦਾਤਾ ਬਣਨਾ, ਦਾਨ ਥੋੜਾ ਕਰਨਾ ਤੇ ਮੰਗਣਾ ਬਹੁਤਾ। ਦੇ ਮੰਗੇ ਸਹਸਾ ਗੁਣਾ। ਇੱਕ ਐਸੇ ਹੁੰਦੇ ਸੋਭ ਕਰੇ ਸੰਸਾਰ, ਉੱਥੇ ਦੇਣਾ ਜਿੱਥੇ ਸੋਭਾ ਹੋਣੀ, ਜਿੱਥੇ ਨਾਮ ਨਹੀਂ ਲਿਖਿਆ ਜਾਣਾ, ਨਾਮ ਨਹੀਂ ਬੋਲਿਆ ਜਾਣਾ, ਕਿਸੇ ਨੇ ਸੋਭਾ ਨਹੀਂ ਕਰਨੀ, ਵਡਿਆਈ ਨਹੀਂ ਕਰਨੀ, ਉੱਥੇ ਨਹੀਂ ਦੇਣਾ ਵੀ ਇੱਥੇ ਤੇ ਮੇਰਾ ਨਾਂ ਨਹੀਂ ਬੋਲਿਆ ਜਾਣਾ। ਦੇ ਮੰਗੇ ਸਹਸਾ ਗੁਣਾ ਸੋਭ ਕਰੇ ਸੰਸਾਰ। ਪਰ ਕਹਿੰਦੇ ਸਤਿਆਂ ਮਨ ਸੰਤੋਖ ਉਪਜੈ, ਇੱਕ ਉਹ ਹੁੰਦੇ ਜਿਨ੍ਹਾਂ ਨੂੰ ਦਾਨ ਕਰਕੇ ਦੇ ਕੇ ਸੰਤੋਖ ਪ੍ਰਾਪਤ ਹੁੰਦਾ, ਸੁਖ ਮਿਲਦਾ, ਆਨੰਦ ਮਾਣਦੇ ਉਹ। ਇੱਕ ਉਹ ਹੁੰਦੇ ਜਿਹੜੇ ਦੇਣਾ ਕਹਿ ਵਿਚਾਰ ਕਰਕੇ ਦੇਣਾ, ਉਵੇਂ ਨਹੀਂ। ਤੇ ਵਿਚਾਰ ਕੀ ਕਰਨੀ? ਇਹੀ ਵਿਚਾਰ ਕਰਨੀ ਵੀ ਇੱਥੇ ਦਿੱਤੇ ਹੋਏ ਨੂੰ ਮੈਨੂੰ ਕੋਈ ਪਛਾਣੇਗਾ, ਜਾਣੇਗਾ, ਵੀ ਮੈਨੂੰ ਕੀ ਲਾਭ ਮਿਲੇਗਾ, ਕਿਸੇ ਨੂੰ ਕੀ ਪਤਾ ਲੱਗੂ ਕਿੰਨੇ ਦਿੱਤਾ। ਇਸ ਲਈ ਇਹ ਵਿਚਾਰ ਕਰਨੀ। ਜੇ ਨਹੀਂ ਗੱਲ ਮੰਨਣ ਚਾਹੀ ਫਿਰ ਉੱਥੇ ਨਹੀਂ ਦੇਣਾ। ਇਹ ਆਸਾ ਦੀ ਵਾਰ ਵਿੱਚ ਮਹਾਰਾਜ ਦੇ ਬਚਨ ਨੇ ਵੀ ਕਈ ਪ੍ਰਕਾਰ ਦੇ ਮਨਾਂ ਵਾਲੇ ਦਾਤੇ ਹੁੰਦੇ, ਪਰ ਅਸਲ ਵਿੱਚ ਸੰਤਨ ਬਿਨ ਅਵਰ ਨਾ ਦਾਤਾ ਬੀਆ, ਕਹਿੰਦੇ ਉਹਨਾਂ ਵਰਗਾ ਬੀਆ, ਕਹਿੰਦੇ ਦੂਸਰੇ ਨੂੰ, ਉਹਨਾਂ ਵਰਗਾ ਦੂਸਰਾ ਕੋਈ ਨਹੀਂ ਹੁੰਦਾ। ਬਾਕੀ ਸਭ ਵਿਚਾਰ ਕਰਕੇ ਦਿੰਦੇ, ਉਹ ਗੁਣਾ ਤੇ ਔਗੁਣਾ ਦੀ ਵਿਚਾਰ ਕਰਕੇ ਨਹੀਂ ਦਿੰਦੇ। ਬਸ ਜਿਹੜਾ ਸਰਨ ਵਿੱਚ ਆ ਗਿਆ ਉਸੇ ਨੂੰ ਦੇਣਗੇ। ਜੋ ਸਰਨ ਪਰਿਆ ਸਾਧੂ ਕੀ ਸੋ ਪਾਰ ਗ੍ਰਾਮੀ ਕੀ ਆ, ਕਹਿੰਦੇ ਐਸੇ ਸਾਧੂਆਂ ਦੀ ਸਰਨ ਵਿੱਚ ਜਿਹੜਾ ਗਿਆ ਉਹਨੂੰ ਪਾਰ ਉਤਾਰ ਦੇਣਗੇ। ਕਿਉਂਕਿ ਜ਼ਿੰਮੇਵਾਰੀ ਹੋ ਜਾਂਦੀ ਫਿਰ ਕੀਤੀ ਛੁੱਟੀ ਨਾਲ ਵੀ ਇਹ ਸਾਡੇ ਕੋਲੇ ਆਇਆ, ਇਸ ਕਰਕੇ ਇਹਦਾ ਭਲਾ ਕਰਨਾ ਭਾਈ। ਜਿਹੜਾ ਉਹਨਾਂ ਦੀ ਸੰਗਤ ਵਿੱਚ ਚਲੇ ਗਿਆ, ਸਰਨ ਵਿੱਚ ਗਿਆ, ਉਹਨੂੰ ਉਪਾਰ ਕਰ ਦੇਣਗੇ। ਕਿਉਂਕਿ ਉਹਨਾਂ ਨੂੰ ਫਿਰ ਕੋਲ ਆਏ ਦੀ ਲੱਜਾ ਹੁੰਦੀ ਹੈ ਭਾਈ, ਇਹ ਸਾਡੇ ਕੋਲ ਆਇਆ, ਇਸ ਕਰਕੇ ਸਾਡੀ ਜ਼ਿੰਮੇਵਾਰੀ ਹੈ ਤਾਂ ਪਾਰ ਉਤਾਰਾ ਕਰੀਏ। ਫਿਰ ਆਪਣੀ ਡਿਊਟੀ ਸਮਝ ਲੈਂਦੇ। ਜਿਵੇਂ ਬਾਬਾ ਜੱਲਣ ਜੀ ਦੇ ਕੋਲੇ ਕੋ ਆਇਆ ਸੀ, ਸੇਵਾ ਕੀਤੀ, ਥੋੜੇ ਚਿਰ ਬਾਅਦ ਸਰੀਰ ਛੱਡ ਗਿਆ। ਉਹਨਾਂ ਨੇ ਆਪਣੀ ਘਰਵਾਲੀ ਨੂੰ ਆਖਿਆ ਸੀ ਮਾਈ ਰਾਮ ਕੀ, ਉਹਨੂੰ ਆਖਿਆ ਵੀ ਜਾ ਇਹਦਾ ਛੁਟਕਾਰਾ ਕਰਾ ਕੇ ਆ। ਇਹਨੇ ਆਪਣੇ ਕੋਲ ਸਰੀਰ ਛੱਡਿਆ, ਸੇਵਾ ਕਰਦੇ ਨੇ, ਆਪਣੀ ਜ਼ਿੰਮੇਵਾਰੀ ਹੈ ਇਹਦਾ ਪਾਰ ਉਤਾਰਾ ਕਰੀਏ। ਤੇ ਫਿਰ ਉਹਨੇ ਛੁਟਕਾਰਾ ਕਰਾ ਕੇ ਉਸਦਾ ਆਣ ਕੇ ਦੱਸਿਆ ਸੀ ਵੀ ਹਾਂ ਜੀ ਮੈਂ ਉਹਦੀ ਬੰਦ ਖਲਾਸੀ ਕਰਵਾ ਆਈ ਹਾਂ। ਜਿੱਥੇ ਇਹ ਕੌਤਕ ਵਾਪਰਿਆ ਸੀ ਗੋਂਦਵਾਲ ਸਾਹਿਬ ਦੇ ਕੋਲੇ, ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਇਸ ਘਟਨਾ ਦੀ ਗਵਾਹੀ ਭਰਤੀ ਤਵਾਰੀਖ
ਗੋਇੰਦਵਾਲ ਸਾਹਿਬ ਤੋਂ ਜਦੋਂ ਤਰਨਤਾਰਨ ਸਾਹਿਬ ਨੂੰ ਆਪਾਂ ਜਾਈਏ ਤੇ ਰਸਤੇ 'ਚ ਇਹ ਸਥਾਨ, ਉੱਥੇ ਉਹਨੇ ਆ ਕੇ, ਕਿਉਂਕਿ ਇੱਕ ਵਾਰ ਲੋਕ ਕਹਿੰਦੇ ਸੀ ਚੜ੍ਹਾਈ ਕਰ ਗਈ ਮਾਤਾ ਰਾਮ ਕੀ ਚੜ੍ਹਾਈ ਕਰ ਗਈ, ਉਹ ਫਿਰ ਉੱਠ ਪਈ। ਫਿਰ ਬਾਬਾ ਜੱਲਣ ਜੀ ਨੇ ਆਖਿਆ ਵੀ ਤੂੰ ਉੱਠੀ ਕਿਉਂ? ਜਦੋਂ ਚਲੀ ਗਈ ਉਹ ਕਹਿੰਦੀ ਮੈਂ ਤਾਂ ਚਲੇ ਜਾਣਾ, ਫਿਰ ਸਿਰਫ ਦੱਸਣ ਆਈ ਵੀ ਜਿਹੜਾ ਤੁਸੀਂ ਆਖਿਆ ਸੀ ਉਹਦੀ ਬੰਦ ਖਲਾਸੀ ਕਰਾ, ਉਹ ਕਰਾ ਦਿੱਤੀ ਹੈ, ਮੈਂ ਸਿਰਫ ਦੱਸਣ ਆਈ ਵੀ ਹਾਂ ਉਹਦਾ ਛੁਟਕਾਰਾ ਕਰਾ ਦਿੱਤਾ। ਮਹਾਰਾਜ ਦੇ ਬਚਨ ਨੇ, ਜੇ ਕੋਈ ਜੀਓ ਕਹੇ ਉਹਨਾਂ ਕੋ ਜਾਮ ਕੀ ਤਲਬ ਨਾ ਹੋਈ। ਕਹਿੰਦੇ ਜੇ ਕੋਈ ਰੱਬ ਦੇ ਪਿਆਰਿਆਂ ਨੂੰ ਵੀ ਜੀ ਆਇਆ ਆਖ ਦੇਵੇ ਤੇ ਉਹਨੂੰ ਜਾਮਾਂ ਦੀ ਮਾਰ ਨਹੀਂ ਪੈਂਦੀ, ਫਿਰ ਬਚਾਅ ਹੋ ਜਾਂਦਾ ਉਹਦਾ। ਜੇ ਕੋਈ ਜੀਓ ਕਹੇ ਉਹਨਾਂ ਕਹੋ ਜਾਮ ਕੀ ਤਲਬ। ਫਿਰ ਮਹਾਰਾਜ ਦੇ ਬਚਨ ਨੇ, ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਕਹਿੰਦੇ ਰੱਬ ਦੇ ਪਿਆਰਿਆਂ ਦੀ ਜਿਹੜੀ ਉਸਤਤ ਹੈ ਵੀ ਪ੍ਰਮਾਤਮਾ ਦੀ ਉਸਤਤ ਹੁੰਦੀ ਗੁਰਮੁਖੋ, ਕਿਉਂਕਿ ਮਾਣ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਬਖਸ਼ਿਆ ਹੁੰਦਾ, ਇਸ ਲਈ ਉਹਨਾਂ ਦੀ ਵਡਿਆਈ ਵੀ ਪ੍ਰਮਾਤਮਾ ਦੀ ਹੀ ਵਡਿਆਈ। ਜੋ ਜੋ ਸਰਣ ਪਰੇ ਸਾਧੂ ਕੀ ਸੋ ਪਾਰ ਗ੍ਰਾਮੀ ਕੀ ਆ। ਕਹਿੰਦੇ ਕੋਈ ਸਾਧੂ ਹੋਵੇ ਜਿਸ ਨੇ ਉਹਦੀ ਸ਼ਰਨ ਗ੍ਰਹਿਣ ਕੀਤੇ ਉਹਨੂੰ ਅਪਾਰ ਲਾਵੇਗਾ, ਉਹਦੀ ਜ਼ਿੰਮੇਵਾਰੀ ਫਿਰ ਹੁੰਦੀ। ਉਹ ਸਮਝਦੇ ਨੇ ਵੀ ਇਹ ਮੇਰੇ ਕੋਲ ਰਹਿ ਰਿਹਾ, ਵੀ ਇਹਦਾ ਪਾਰ ਉਤਾਰਾ ਕਰਨਾ ਪੈਣਾ। ਰਹਾਉ ਬਸਰਾਮ ਦੇ ਕੇ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ। ਕੋਟ ਅਪਰਾਧ ਮਿਟਿਆ ਜਨ ਸੇਵਾ। ਕਹਿੰਦੇ ਐਸੇ ਗੁਰਮੁਖਾਂ ਦੀ ਸੇਵਾ ਕੀਤੇ ਕਰੋੜਾਂ ਅਪਰਾਧ ਮਿਟ ਜਾਂਦੇ, ਕਰੋੜਾਂ ਪਾਪ ਉਤਰ ਜਾਂਦੇ। ਇਹੋ ਜਿਹੇ ਗੁਰਮੁਖ ਦੀ ਸੇਵਾ ਕੀਤੇ। ਕੋਟ ਅਪਰਾਧ ਮਿਟਿਆ ਜਨ ਸੇਵਾ, ਹਰ ਕੀਰਤਨ ਰਸ ਗਾਈਐ। ਕਹਿੰਦੇ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਹਰੀ ਦੀ ਕੀਰਤੀ ਕਰੀ ਦੀ ਬੜੇ ਰਸ ਨਾਲ, ਗੁਣ ਗਾ, ਕਿਉਂਕਿ ਉਹ ਆਪ ਗਾਉਂਦੇ ਆ, ਇਸ ਕਰਕੇ ਜਿਹੜਾ ਉਹਨਾਂ ਦੀ ਸੰਗਤ ਵਿੱਚ ਆਉਂਦਾ ਉਹਨੂੰ ਵੀ ਗਾਉਣੇ ਹੀ ਪੈਂਦੇ ਫਿਰ ਗੁਣ ਪ੍ਰਮਾਤਮਾ ਦੇ, ਕਿਉਂਕਿ ਉੱਥੇ ਦੂਸਰੀ ਗੱਲ ਹੋਰ ਹੁੰਦੀ ਨਹੀਂ ਕੋਈ। ਕਈਆਂ ਦਾ ਸੁਭਾਅ ਐਸਾ ਹੁੰਦਾ, ਉਹਨਾਂ ਆਪ ਨਾ ਦੁਨਿਆਵੀ ਗੱਲ ਕਰਨੀ, ਨਾ ਸੁਣਨੀ, ਨਾ ਕਿਸੇ ਨੂੰ ਕਰਨ ਦੇਣੀ। ਇੱਕ ਤਰਨਤਾਰਨ ਤੋਂ ਅੰਮ੍ਰਿਤਸਰ ਸਾਹਿਬ ਨੂੰ ਜਾਈਏ ਤੇ ਰਸਤੇ 'ਚ ਸੱਜੇ ਹੱਥ ਸਥਾਨ ਆਉਂਦਾ, ਬਾਬਾ ਪਾਲਾ ਸਿੰਘ ਉੱਥੇ ਰਹਿੰਦੇ, ਬਹੁਤ ਬਿਰਧ ਸਰੀਰ, ਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਉਹਨਾਂ ਨੇ। ਕੋਈ ਵੀ ਉਹਨਾਂ ਨੂੰ ਮਿਲਣ ਚਲਿਆ ਜਾਵੇ, ਬਸ ਜਾ ਕੇ ਫਤਿਹ ਬੁਲਾਈ। ਉਦੋਂ ਹੀ ਉਹਨਾਂ ਨੇ ਪਹਿਲਾਂ ਇਹ ਪੁੱਛਣਾ ਵੀ ਕੁਝ ਪੜ੍ਹਿਆ ਲਿਖਿਆ? ਜੇ ਆਖਿਆ ਜੀ ਹਾਂ ਪੜ੍ਹਿਆ। ਪੰਜਾਬੀ ਪੜ੍ਹ ਲੈਣਾ? ਹਾਂਜੀ ਪੜ੍ਹ ਲੈਣਾ ਜੀ। ਉਹਨਾਂ ਕਹਿਣਾ ਚੱਲ ਫਿਰ ਹੱਥ ਧੋ ਕੇ ਆ ਤੇ ਉਹ ਉੱਪਰ ਪੋਥੀ ਆ, ਉਹ ਪ੍ਰਕਾਸ਼ ਕਰਕੇ ਸਾਨੂੰ ਸੁਣਾ। ਕੋਈ ਦੂਸਰੀ ਗੱਲ ਨਹੀਂ ਉੱਥੇ ਚੱਲਣੀ। ਕੋਈ ਵੀ ਮਿਲਣ ਆ ਗਿਆ, ਇੱਕ ਜਣਾ ਸੁਣਾ ਰਿਹਾ ਤੇ ਬਾਕੀ ਬੈਠ ਕੇ ਸੁਣਨਗੇ। ਜੇ ਸਾਰੇ ਚਲੇ ਗਏ, ਜਿਹੜਾ ਪਹਿਲਾਂ ਆਇਆ ਉਹਨੂੰ ਇਹੀ ਪੁੱਛਣਗੇ ਵੀ ਤੈਨੂੰ ਪੰਜਾਬੀ ਆਉਂਦੀ? ਹਾਂਜੀ ਆਉਂਦੀ ਜੀ। ਕਹਿਣਗੇ ਚੱਲ ਫਿਰ ਹੱਥ ਧੋ ਕੇ ਆ ਤੇ ਉਹ ਪੋਥੀ ਫੜ ਸਾਨੂੰ ਸੁਣਾ। ਮਤਲਬ ਮੌਕਾ ਹੀ ਨਹੀਂ ਦੇਣਾ ਵੀ ਆਣ ਕੇ ਕੋਈ ਦੂਸਰੀ ਗੱਲ ਸ਼ੁਰੂ ਕਰੇ, ਕੋਈ ਦੁਨੀਆ ਦੀਆਂ ਖਬਰਾਂ ਸੁਣਾਵੇ ਸਾਨੂੰ, ਇਹ ਸਮਾਂ ਹੀ ਨਹੀਂ ਦੇਣਾ। ਬਸ ਉੱਥੇ ਉਹਨਾਂ ਕੋਲ ਸਿਰਫ ਉਹੀ ਗੱਲ ਚੱਲਣੀ। ਕੋਟ ਅਪਰਾਧ ਮਿਟਿਆ ਜਨ ਸੇਵਾ, ਹਰ ਕੀਰਤਨ ਰਸ ਗਾਈਏ। ਕਹਿੰਦੇ ਉਹਨਾਂ ਦੀ ਸੰਗਤ ਵਿੱਚ ਤੇ ਹਰੀ ਦੀ ਕੀਰਤੀ ਰਸ ਨਾਲ ਗਾਈ ਜਾਂਦੀ ਹੈ। ਫਿਰ ਐਸੇ ਗੁਰਮੁਖਾਂ ਦੀ ਸੇਵਾ ਕਰਕੇ ਕਹਿੰਦੇ ਕੋਟ ਅਪਰਾਧ ਮਿਟੇ, ਕਰੋੜਾਂ ਅਪਰਾਧ ਮਿਟ ਜਾਂਦੇ। ਫਿਰ ਇਹੋ ਜਿਹੇ ਗੁਰਮੁਖ ਦੀ ਸੇਵਾ 'ਚ ਸਮਾਂ ਬਤੀਤ ਕੀਤਿਆਂ ਪਾਪ ਉਤਰਦੇ। ਇਹਾਂ ਸੁੱਖ ਆਗਿਆ ਮੁਖ ਉਜਲ। ਕਹਿੰਦੇ ਫਿਰ ਦੋਵੇਂ ਲੋਕ ਹੀ ਸੁਹੇਲੇ ਹੋ ਜਾਂਦੇ, ਇੱਥੇ ਵੀ ਸੁੱਖ, ਅੱਗੇ ਵੀ ਮੁਖ ਉਜਲਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਕਹਿੰਦੇ ਇਹ ਉਹਨਾਂ ਦੀ ਸੇਵਾ ਦਾ ਫਲ ਹੈ। ਇਸ ਲੋਕ ਵਿੱਚ ਵੀ ਸੁੱਖ ਹੈ ਤੇ ਪਰਲੋਕ ਵਿੱਚ ਵੀ ਮੁਖ ਉਜਲਾ। ਇਹਾਂ ਸੁੱਖ ਆਗਿਆ ਮੁਖ ਉਜਲ, ਜਨ ਕਾ ਸੰਗ ਵਡਭਾਗੀ ਪਾਈ ਹੈ। ਪਰ ਕਹਿੰਦੇ ਐਸੇ ਗੁਰਮੁਖ ਦੀ ਸੰਗਤ ਵਡਭਾਗੀ ਪੁਰਸ਼ਾਂ ਨੂੰ ਮਿਲਦੀ। ਬਹੁਤ ਵੱਡੇ ਭਾਗ ਹੋਣ ਫੇਰ ਐਸੇ ਗੁਰਮੁਖਾਂ ਦੀ ਸੰਗਤ ਮਿਲਦੀ। ਉਵੇਂ ਨਹੀਂ ਕੋਈ ਸਬੱਬ ਬਣਦਾ, ਕੋਈ ਸੰਜੋਗ ਅਕਾਲ ਪੁਰਖ ਵਾਹਿਗੁਰੂ ਮਿਲਾਉਂਦਾ ਤੇ ਫੇਰ ਕਿਸੇ ਰੱਬੀ ਬੰਦੇ ਦੀ ਸੰਗਤ ਪ੍ਰਾਪਤ ਹੁੰਦੀ। ਜਨ ਕਾ ਸੰਗ ਵਡਭਾਗੀ ਪਾਈ ਹੈ। ਕਹਿੰਦੇ ਵੱਡੇ ਭਾਗਾਂ ਕਰਕੇ ਐਸੇ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੁੰਦੀ, ਜਿਨ੍ਹਾਂ ਨੂੰ ਕਬੀਰ ਸਾਹਿਬ ਨੇ ਆਖਿਆ, ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਈ।
पाछे पावन दीजिए आज्ञा होए सो होए। ਕਹਿੰਦੇ ਕਿਸੇ ਗੁਰਮੁਖ ਨੂੰ ਸਾਧੂ ਨੂੰ ਮਿਲਣ ਜਾਣਾ ਹੋਵੇ ਤੇ ਬਹੁਤੀ ਭੀੜ ਇਕੱਠੀ ਕਰਨ ਦੀ ਲੋੜ ਨਹੀਂ ਹੁੰਦੀ, ਜਦੋਂ ਸਮਾਂ ਬਣਿਆ ਤੁਰ ਪਵੇ। ਐਸਾ ਨਾ ਹੋਵੇ ਵੀ ਜਿਨ੍ਹਾਂ ਨੂੰ ਤੂੰ ਇਕੱਠੇ ਕਰਦਾ ਫਿਰਦਾ ਉਹਨਾਂ ਵਿੱਚੋਂ ਕੋਈ ਰੁਕਾਵਟ ਬਣ ਜੇ, ਕੋਈ ਬਹਾਨਾ ਬਣ ਜੇ, ਕੋਈ ਆਖੇ ਮੈਨੂੰ ਜ਼ਰੂਰੀ ਕੰਮ ਪੈ ਗਿਆ ਪਹਿਲਾਂ ਉਹ ਕਰ ਲਈਏ ਫਿਰ ਚੱਲ ਜਾਂਗੇ, ਕਿਉਂਕਿ ਇਹ ਵੱਡੇ ਭਾਗਾਂ ਨਾਲ ਮੌਕਾ ਮਿਲਦਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਇਹਨੂੰ ਗਵਾਉਣਾ ਨਹੀਂ ਚਾਹੀਦਾ। ਮਹਾਰਾਜ ਪੰਜਵੇਂ ਪਾਤਸ਼ਾਹ ਦੇ ਬਚਨ ਨੇ, ਵਿਲੰਬ ਪਾਪੰ ਨਹਿ ਵਿਲੰਬ ਧਰਮੰ। ਕਹਿੰਦੇ ਦੇਰੀ ਪਾਪ ਵੇਲੇ ਕਰਨੀ ਚਾਹੀਦੀ, ਧਰਮ ਵੇਲੇ ਨਹੀਂ। ਧਰਮ ਦੇ ਕੰਮ ਵੇਲੇ ਬਹੁਤੀ ਸੋਚ ਵਿਚਾਰ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਜੇ ਨਿਕਲ ਗਿਆ ਉਹ ਮੁਹੂਰਤ ਫਿਰ ਪਤਾ ਨਹੀਂ ਬਣੇ ਕਿ ਨਾ, ਉਹ ਸਮਾਂ ਨਿਕਲ ਗਿਆ ਪਤਾ ਨਹੀਂ ਫਿਰ ਆਉਣਾ ਕਿ ਨਹੀਂ। ਇਸ ਲਈ ਕਹਿੰਦੇ ਪਾਪ ਵੇਲੇ ਤਾਂ ਦੇਰੀ ਹੋਵੇ, ਧਰਮ ਦੇ ਕੰਮ ਵੇਲੇ ਦੇਰੀ ਨਾ ਹੋਵੇ। ਤਾਂ ਕਬੀਰ ਸਾਹਿਬ ਨੇ ਆਖਿਆ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ। ਤੂੰ ਜਿਹਨੂੰ ਸਾਥ ਨਾਲ ਲੈ ਕੇ ਜਾਣਾ ਹੋ ਸਕਦਾ ਉਹੀ ਰੁਕਾਵਟ ਬਣ ਜੇ। ਇਸ ਲਈ ਸੰਤ ਮਿਲੇ ਕਿਸ ਸੁਣੀਏ ਕਹੀਏ, ਮਿਲੇ ਅਸੰਤ ਮਸਟ ਹੋਏ ਰਹੀਏ। ਕਹਿੰਦੇ ਕੋਈ ਏਦਾਂ ਮਿਲ ਪੈਂਦਾ ਤੇ ਫਿਰ ਤੁਰੰਤ ਕੋਈ ਨਾ ਕੋਈ ਗੋਸ਼ਟੀ, ਕੋਈ ਵਿਚਾਰ ਸੁਣਨੀ ਚਾਹੀਦੀ, ਕੁਝ ਸਮਾਂ ਇਸ ਪਾਸੇ ਲਾਉਣਾ ਚਾਹੀਦਾ। ਪਰ ਜੇ ਤਾਂ ਇਹ ਤਾਂ ਹੁੰਦੀ ਜੇ ਵੱਡੇ ਭਾਗ ਹੋਣ। ਇਹਾਂ ਸੁਖ ਆਗਿਆ ਮੁਖ ਉਜਲ ਜਨ ਕਾ ਸੰਗ ਵਡ ਭਾਗੀ ਪਾਈ ਹੈ, ਰਸਨਾ ਏਕ ਅਨੇਕ ਗੁਣ ਪੂਰਨ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਬਹੁਤ ਨੇ, ਜਿਨ੍ਹਾਂ ਦੀ ਬਖਸ਼ਿਸ਼ ਲੈ ਕੇ ਸੰਤ ਜਨਾਂ ਨੇ ਵੀ ਹੋਰ ਕਈਆਂ ਦਾ ਪਾਰ ਉਤਾਰਾ ਕੀਤਾ। ਉਸ ਪਰਮਾਤਮਾ ਦੇ ਗੁਣ ਇੰਨੇ ਆ ਵੀ ਇੱਕ ਰਸਨਾ ਨਾਲ ਬੰਦਾ ਗਾਵੇ ਸਾਰੀ ਉਮਰ 'ਚ ਨਹੀਂ ਗਾਏ ਜਾ ਸਕਦੇ। ਜਿਹਬਾ ਏਕ ਕਵਨ ਗੁਣ ਕਹੀਆ ਬੇਸਮਾਰ ਬੇਅੰਤ ਸੁਆਮੀ ਤਿਰਵੰਤ ਨ ਕਤਹੁ ਲਈਏ। ਮਹਾਰਾਜ ਦੇ ਬਚਨ ਇੱਕ ਦੂਜੀ ਬੋ ਲੱਖ ਹੋਏ ਲੱਖ 20 ਲੱਖ ਲੱਖ ਗੇੜਾ ਆਖੀਆ ਏਕ ਨਾਮ ਜਗਦੀਸ਼। ਕਹਿੰਦੇ ਜ਼ਬਾਨ ਤਾਂ ਇੱਕ ਤੋਂ 20 ਤੋਂ ਇੱਕ ਤੋਂ ਲੱਖ ਤੋਂ 20 ਲੱਖ ਹੋ ਜਾਵੇ ਤਾਂ ਵੀ ਪਰਮਾਤਮਾ ਦਾ ਨਾਮ ਜਪਣ ਲੱਗ ਪਵੇ, ਫਿਰ ਵੀ ਉਹਦੇ ਨਾਮਾਂ ਦਾ ਉਹਦੇ ਗੁਣਾਂ ਦਾ ਅੰਤ ਤਾਂ ਪੈਂਦਾ ਨਹੀਂ ਹੈਗਾ। ਤੇਰੇ ਕਵਣ ਗੁਣ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਕਹਿੰਦੇ ਕਿਹੜੇ ਗੁਣ ਤੇਰੇ ਮਹਾਰਾਜ ਮੇਰੀ ਰਸਨਾ ਗਾ ਸਕਦੀ, ਤੂੰ ਤਾਂ ਖਜ਼ਾਨਾ ਹੈ ਗੁਣਾਂ ਦਾ, ਸਮੁੰਦਰ ਹੈ। ਇੱਕ ਜ਼ਬਾਨ ਕਿਵੇਂ ਅੰਤ ਪਾ ਸਕਦੀ? ਗੁਰੂ ਰਾਮਦਾਸ ਮਹਾਰਾਜ ਦੇ ਬਚਨ ਨੇ, ਸਹਿਸ ਫਣੀ ਜਪਿਓ ਸੇਖ ਨਾਗੇ ਹਰ ਜਪਤੇ ਅੰਤ ਨਾ ਪਾਵੈ ਗੋ। ਜਿਹਵਾ ਹੋਏ ਜਿਹਵਾ ਲੱਖ ਹੋਏ ਲੱਖ, ਜਿਹਵਾ ਲੱਖ ਹੋਏ ਲੱਖ ਕੋਟੀ ਕੋਟ ਤੇ ਆਵੇ ਗੋ। ਜਿਹਵਾ ਇੱਕ ਹੋਏ ਲੱਖ ਕੋਟੀ। ਕਹਿੰਦੇ ਨੇ ਇੱਕ ਤੋਂ ਕਰੋੜਾਂ ਜ਼ਬਾਨਾਂ ਬਣ ਜਾਣ, ਉਹ ਧਿਆਉਣ ਲੱਗ ਪੈਣ, ਫੇਰ ਵੀ ਜੇ ਬੰਦਾ ਇਹ ਆਖੇ ਵੀ ਮੈਂ ਪਰਮਾਤਮਾ ਦੇ ਗੁਣਾਂ ਦਾ ਅੰਤ ਪਾ ਲਿਆ, ਨਹੀਂ ਪੈਂਦਾ। ਕਹਿੰਦੇ ਸ਼ੇਸ਼ਨਾਗ ਨੂੰ 1000 ਮੂੰਹ ਦਿੱਤਾ ਪਰਮਾਤਮਾ ਨੇ। ਇਹ ਗੁਰੂ ਸਾਹਿਬ ਦੇ ਬਚਨ, ਸਹਿਸ ਫਨੀ ਜਪਿਓ ਸੇਖ ਨਾਗੈ ਹਰ ਜਪਤੇ ਅੰਤ ਨਾ ਪਾ। ਕਹਿੰਦੇ ਉਹ ਅੰਤ ਤਾਂ ਉਹ ਵੀ ਨਹੀਂ ਪਾ ਸਕਿਆ ਹਰੀ ਨੂੰ ਜਪਦਾ। ਤੇ ਮਨੁੱਖ ਕੋਲੇ ਤਾਂ ਰਸਨਾ ਹੀ ਇੱਕ। ਜੇ ਆਖੇ ਵੀ ਮੈਂ ਅੰਤ ਪਾ ਲਿਆ, ਮੈਂ ਜਾਣ ਲਿਆ ਸਾਰਾ ਪਰਮਾਤਮਾ ਨੂੰ, ਮੇਰੀ ਸਮਝ 'ਚ ਆ ਗਿਆ, ਕਹਿੰਦੇ ਉਹਦੀ ਬੇਸਮਝੀ। ਇਹ ਤਾਂ ਮਹਾਰਾਜ ਦੇ ਬਚਨ ਕਹਿੰਦੇ, ਜਾਣਨ ਹਾਰ ਨਾ ਛਾਨਾ ਰੇ ਸੋਈ ਅਜਾਣ ਕਹੇ ਮੈਂ ਜਾਨਾ। ਜਾਣਨ ਹਾਰ ਨਾ ਛਾਨਾ, ਕਹਿੰਦੇ ਉਹ ਅਣਜਾਣ ਹੈ, ਉਹ ਅਗਿਆਨੀ ਬੰਦਾ ਜਿਹੜਾ ਕਹਿੰਦਾ ਮੈਂ ਜਾਣ ਲਿਆ, ਮੈਂ ਸਮਝ ਲਿਆ ਸਾਰਾ ਕੁਝ। ਅਸਲ ਵਿੱਚ ਉਹ ਅਗਿਆਨੀ ਹੈ, ਕੁਛ ਨਹੀਂ ਜਾਣ ਸਕਿਆ ਉਹ। ਸੋਈ ਅਜਾਣ ਕਹੇ ਮੈਂ ਜਾਨਾ, ਜਾਣਨ ਹਾਰ ਨਾ ਛਾਨਾ। ਉਹ ਕਹਿੰਦੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਪੂਰੀ ਤਰ੍ਹਾਂ ਕਿਸੇ ਦੀ ਬੁੱਧੀ ਵਿੱਚ ਜਾਣਨ ਲਈ ਆਉਂਦਾ ਨਹੀਂ, ਸਮਾ ਨਹੀਂ ਸਕਦਾ। ਛੋਟੀ ਅਕਲ, ਉਹ ਵੱਡਾ। ਇਸ ਲਈ ਅਗਿਆਨੀ ਬੰਦਾ ਕਹਿ ਸਕਦਾ ਹਾਂ ਮੈਨੂੰ ਸਾਰਾ ਪਤਾ ਲੱਗ ਗਿਆ। ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਏ। ਕਹਿੰਦੇ ਐਸੇ ਰੱਬ ਦੇ ਪਿਆਰਿਆਂ ਦੀ ਉਪਮਾ ਨਹੀਂ ਕਹੀ ਜਾ ਸਕਦੀ, ਪਰਮਾਤਮਾ ਦੀ ਤਾਂ ਕੀ ਕਹਿਣੀ ਇੱਕ ਜ਼ਬਾਨ ਨਾਲ ਸਾਰੀ। ਮਹਾਰਾਜ ਵੇ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਇੱਕ ਰਸਨਾ ਨਾਲ ਤਾਂ ਜਿਨ੍ਹਾਂ ਉੱਤੇ ਪਰਮਾਤਮਾ ਪ੍ਰਸੰਨ ਹੈ, ਕਹਿੰਦੇ ਗੁਰਮੁਖੋ, ਉਹਨਾਂ ਦੀ ਵੀ ਗਤੀ ਨਹੀਂ ਦੱਸੀ ਜਾ ਸਕਦੀ।
ਆਗਮ ਅਗੋਚਰ ਸਦ ਬਨਾਸੀ ਸਰਣ ਸੰਤਨ ਕੀ ਲਹੀਏ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਮਨ ਦੀ ਪਕੜ ਤੋਂ ਪਰੇ ਅਗਮ ਹੈ, ਅਗੋਚਰ ਜਿਹੜਾ ਇੰਦਰੀਆਂ ਦੇ ਗੋਚਰਾ ਵੀ ਨਹੀਂ, ਅੱਖਾਂ ਨਾਲ ਨਹੀਂ ਆਪਾਂ ਦੇਖ ਸਕਦੇ, ਸਦ ਅਬਨਾਸੀ ਜਿਹੜਾ ਸਦਾ ਅਬਨਾਸੀ ਹੈ, ਸਦਾ ਰਹਿਣ ਵਾਲਾ, ਕਦੇ ਨਾਸ ਨਹੀਂ ਹੁੰਦਾ। ਸਰਣ ਸੰਤਨ ਕੀ ਲਹੀਏ। ਕਹਿੰਦੇ ਲਹੀਏ ਹੁੰਦਾ ਪ੍ਰਾਪਤੀ ਹੋਣੀ, ਉਸ ਦੀ ਪ੍ਰਾਪਤੀ ਜਿਹੜਾ ਆਗਮ ਹੈ, ਗੋਚਰ ਹੈ, ਅਬਨਾਸੀ ਹੈ, ਉਸ ਦੀ ਪ੍ਰਾਪਤੀ ਸੰਤਾਂ ਦੀ ਸੰਗਤ ਚੋਂ ਹੁੰਦੀ, ਗੁਰਮੁਖਾਂ ਦੀ ਸੰਗਤ ਵਿੱਚੋਂ। ਪ੍ਰਮਾਤਮਾ ਨੇ ਕਿਹਾ ਵਿੱਚ ਸੰਗਤ ਹਰ ਪ੍ਰਭ ਵਸਿਆ ਜੀਓ, ਵੀ ਕਿਤੇ ਨਾ ਕਿਤੇ ਪ੍ਰਗਟ ਵੀ ਤੇ ਹੋਵੇਗਾ, ਗੁਪਤ ਤਾਂ ਠੀਕ ਹੈ ਸਾਰੇ ਪਾਸੇ ਹੀ ਹੈ। ਮਹਾਰਾਜ ਕਹਿੰਦੇ ਹਾਂ ਸੰਗਤ ਵਿੱਚ ਪ੍ਰਗਟ ਹੁੰਦਾ ਗੁਰਮੁਖੋ, ਜਿੱਥੇ ਰੱਬ ਦੇ ਪਿਆਰਿਆਂ ਦੀ ਸੰਗਤ ਹੁੰਦੀ, ਜਿੱਥੇ ਪਵਿੱਤਰ ਰੂਹਾਂ ਜੁੜ ਬੈਠਦੀਆਂ ਮਿਲਦੀਆਂ, ਉੱਥੇ ਪ੍ਰਮਾਤਮਾ ਪ੍ਰਗਟ ਹੀ ਹੈ। ਵਿੱਚ ਸੰਗਤ ਹਰ ਪ੍ਰਭ ਵਸਿਆ ਜੀਓ। ਫਿਰ ਕਹਿੰਦੇ ਪੋਥੀ ਪਰਮੇਸ਼ਰ ਕਾ ਥਾਨ। ਫਿਰ ਕਹਿੰਦੇ ਪ੍ਰਭ ਜੀ ਵਸੈ ਸਾਧ ਕੀ ਰਸਨਾ। ਕੁਝ ਐਸੇ ਥਾਂ ਹੁੰਦੇ ਜਿੱਥੇ ਪ੍ਰਗਟ ਰੂਪ ਚ ਵਰਤਦਾ ਉਹ ਪ੍ਰਮਾਤਮਾ। ਆਗਮ ਅਗੋਚਰ ਸਾਧ ਬਨਾਸੀ ਸਰਣ ਸੰਤਨ ਕੀ ਲਹੀਏ। ਕਹਿੰਦੇ ਸੰਤਾਂ ਦੀ ਸਰਣ ਵਿੱਚ ਜਾਣ ਕਰਕੇ ਉਸ ਅਗਮ ਅਗੋਚਰ ਦੀ ਪ੍ਰਾਪਤੀ ਹੁੰਦੀ। ਨਿਰਗੁਣ ਨੀਚ ਅਨਾਥ ਅਪਰਾਧੀ। ਮਹਾਰਾਜ ਮੇਰੇ 'ਚ ਕੋਈ ਗੁਣ ਨਹੀਂ ਹੈਗਾ, ਮੇਰੇ ਕਰਮ ਵੀ ਨੀਚ ਨੇ, ਮੇਰਾ ਮਾਲਕ ਵੀ ਕੋਈ ਨਹੀਂ ਜਿਹੜਾ ਮੈਨੂੰ ਬਚਾਵੇ, ਅਨਾਥ ਹਾਂ, ਅਪਰਾਧੀ, ਪਤਾ ਨਹੀਂ ਕਿੰਨੇ ਪਾਪ ਕੀਤੇ ਅਸੀਂ, ਖਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਓ ਹਉ ਪਾਪੀ ਵੱਡ ਗੁਨਹਗਾਰ। ਜੇਤਾ ਸਮੁੰਦ ਸਾਗਰ ਨੀਰ ਭਲਿਆ ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰਾ ਪਾਵੋ ਡੁੱਬਦੇ ਪੱਥਰ ਤਾਰੇ। ਪਤਾ ਨਹੀਂ ਕਿੰਨੇ ਅਪਰਾਧ ਹੈ ਜੀ। ਨਿਰਗੁਣ ਨੀਚ ਅਨਾਥ ਅਪਰਾਧੀ। ਕਹਿੰਦੇ ਮੇਰਾ ਤਾਂ ਇਹ ਹਿਸਾਬ ਹੈ, ਗੁਣ ਕੋਈ ਨਹੀਂ ਹੈਗਾ, ਕਰਮ ਨੀਚ ਨੇ, ਅਪਰਾਧੀ ਆ। ਕਿਵੇਂ ਭਲਾ ਹੋ ਸਕਦਾ? ਜੇ ਕੋਈ ਸਮਝੇ ਨਾ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਆਇਆ, ਕਹੋ ਨਾਨਕ ਹਮ ਨੀਚ ਕਰਮ ਸਰਣ ਪਰੇ ਕੀ ਰਾਖੋ ਸਰਮਾ। ਕੋਈ ਜਾਪ ਨਹੀਂ ਕੀਤਾ, ਤਪ ਨਹੀਂ ਕੀਤਾ, ਧਰਮ ਦੇ ਰਸਤੇ ਤੇ ਨਹੀਂ ਚੱਲੇ, ਕਿਸੇ ਸਾਧੂ ਦੀ ਸੇਵਾ ਨਹੀਂ ਕੀਤੀ, ਕੋਈ ਪਰਮਾਤਮਾ ਨੂੰ ਜਾਣਨ ਦੀ ਉਦਮ ਨਹੀਂ ਕੀਤਾ, ਸੇਵਾ ਸਾਧ ਨਾ ਜਾਣਿਆ ਹਰ ਆਇਆ, ਕਹੋ ਨਾਨਕ ਹਮ ਨੀਚ ਕਰਮਾ। ਕਹਿੰਦੇ ਐਸੇ ਮੇਰੇ ਨੀਚ ਕਰਮ ਹੈ, ਪਰ ਹੁਣ ਮੈਂ ਤੁਹਾਡੀ ਸ਼ਰਨ ਚ ਆ ਗਿਆ, ਸਰਣ ਪਰੇ ਕੀ ਰਾਖੋ ਸਰਮਾ। ਹੁਣ ਮੇਰੀ ਲਾਜ ਰੱਖੋ ਮਹਾਰਾਜ, ਮੈਂ ਤਾਂ ਏਦਾਂ ਦਾ ਹੀ ਹਾਂ। ਨਿਰਗੁਣ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ। ਕਹਿੰਦੇ ਹੁਣ ਅਸੀਂ ਓਟ ਸੰਤਾਂ ਦੀ ਲੈ ਲਈ ਹੈ। ਗੁਣ ਤਾਂ ਕੋਈ ਨਹੀਂ ਸੀ ਹੈਗਾ, ਪਰ ਹੁਣ ਸੰਤਾਂ ਦੀ ਸ਼ਰਨ ਲੈ, ਸੰਤਾਂ ਦੀ ਓਟ ਵਿੱਚ ਚਲੇ ਗਏ। ਬੂੜਤ ਮੋਹ ਗ੍ਰਹਿ ਅੰਧ ਕੂਪ ਮੈਂ। ਕਹਿੰਦੇ ਅਸੀਂ ਤਾਂ ਗ੍ਰਸਤ ਦੇ ਅੰਨੇ ਖੂਹ ਚ ਡੁੱਬ ਰਹੇ ਹਾਂ ਮਹਾਰਾਜ। ਬੂੜਤ ਮੋਹ ਗ੍ਰਹਿ ਅੰਧ ਕੂਪ ਮੈਂ। ਕਹਿੰਦੇ ਗ੍ਰਸਤ ਦੇ ਮੋਹ ਦੇ ਅੰਨੇ ਖੂਹ ਚ ਅਸੀਂ ਡੁੱਬ ਰਹੇ ਮਹਾਰਾਜ ਜੀ। ਕਿਉਂਕਿ ਇਹ ਪਦਾਰਥਾਂ ਦਾ ਮੋਹ, ਪਰਿਵਾਰ ਦਾ, ਦੇਹੰਗਤਾ, ਕਈ ਕੁਝ। ਕਹਿੰਦੇ ਇਹ ਤਾਂ ਮੋਹ ਦਾ ਗ੍ਰਸਤ ਜਿਹੜੀ ਹੈ, ਮੋਹ ਦਾ ਡੂੰਘਾ ਅੰਨਾ ਖੂਹ ਹੈ ਜਿਸ ਵਿੱਚ ਅਸੀਂ ਪਏ। ਬੂੜਤ ਮੋਹ ਗ੍ਰਹਿ ਅੰਧ ਕੂਪ ਮੈਂ ਨਾਨਕ ਲਿਹੋ ਨਿਭਾਹੀ। ਮਹਾਰਾਜ ਤੁਸੀਂ ਕਿਰਪਾ ਕਰਕੇ ਬਚਾ ਲਓ, ਇਸ ਮੋਹ ਦੇ ਅੰਨੇ ਖੂਹ ਚ ਅਸੀਂ ਡਿੱਗੇ ਪਏ। ਪੰਕ ਜੋ ਮੋਹ ਪੱਗ ਨਹੀਂ ਚੱਲ, ਹਮ ਦੇਖਾ ਤਾਂ ਡੂਬੀ ਵਾਲੇ। ਪੰਕਜ ਚਿੱਕੜ ਨੂੰ ਕਹਿੰਦੇ। ਕਹਿੰਦੇ ਮੋਹ ਦੇ ਚਿੱਕੜ ਵਿੱਚ ਪੈਰ ਫਸ ਗਏ ਨੇ, ਇੱਕ ਕਦਮ ਵੀ ਮੇਰੇ ਕੋਲੋਂ ਹੁਣ ਅੱਗੇ ਚੱਲਿਆ ਨਹੀਂ ਜਾਂਦਾ ਜੀ। ਡੁੱਬ ਰਹੇ ਅਸੀਂ ਮੋਹ ਦੇ ਚਿੱਕੜ 'ਚ, ਤੁਸੀਂ ਕਿਰਪਾ ਕਰਕੇ ਬਚਾਓ। ਸੋਠ ਮਹੱਲਾ ਪੰਜਵਾ ਘਰ ਪਹਿਲਾ। ਅਗਲੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਸੁਰਤਾਲ ਦੇ ਪਹਿਲੇ ਘਰ ਜੋ ਉਚਾਰਨ ਕੀਤਾ, ਜਾ ਕੇ ਹਿਰਦੇ ਵਸਿਆ ਤੂੰ ਕਰਤੇ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਤੂੰ ਕਿਰਪਾ ਕਰਕੇ ਜਿਸ ਦੇ ਹਿਰਦੇ 'ਚ ਵਸਿਆ ਪ੍ਰਗਟ ਹੋਇਆ, ਤਾਂ ਕਿ ਤੈਂ ਆਸ ਪੁਜਾਈ। ਕਹਿੰਦੇ ਉਹਦੀਆਂ ਸਾਰੀਆਂ ਆਸਾਂ ਤੂੰ ਪੂਰੀਆਂ ਕਰ ਦਿੱਤੀਆਂ। ਜਿਸ ਦੇ ਹਿਰਦੇ ਵਿੱਚ ਤੂੰ ਪ੍ਰਗਟ ਰੂਪ ਵਿੱਚ ਵਸਿਆ, ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਤੂੰ ਪੂਰੀਆਂ ਕਰ ਦਿੱਤੀਆਂ।
ਇਹ ਉਹਦਾ ਬਿਰਦ ਹੈ। ਪ੍ਰਗਟ ਰੂਪ ਵਿੱਚ ਜਿਸ ਦੇ ਹਿਰਦੇ ਵਿੱਚ ਸਾਧ ਸੰਗਤ ਜੀ ਉਹ ਆਇਆ, ਉਸ ਦੀਆਂ ਆਪਣੀਆਂ ਤਾਂ ਕੀ, ਅਗਰ ਉਹ ਕਿਸੇ ਵਾਸਤੇ ਅਰਦਾਸ ਕਰੇ ਉਹ ਵੀ ਪੂਰੀ ਹੋ ਜਾਂਦੀ। ਕੋਈ ਅਰਦਾਸ ਕਰੇ ਮਹਾਰਾਜ ਦੇ ਭਜਨ ਭਗਤ, ਜੋ ਜੋ ਚਿਤਵੈ ਭਗਤ ਜਾਣ ਸੋ ਲੇਤਾ ਮਾਨ, ਕਹਿੰਦੇ ਰੱਬ ਦੇ ਪਿਆਰੇ ਕੋਈ ਚਿਤਵਣੀ ਕਰ ਲੈਣ ਤੇ ਭਾਈ ਪ੍ਰਮਾਤਮਾ ਮੰਨ ਲੈਂਦਾ, ਪੂਰੀ ਕਰ ਦਿੰਦਾ। ਉਹਨਾਂ ਦੀ ਆਪਣੀ ਇੱਛਾ ਸਾਰੀ ਪੂਰੀ ਹੁੰਦੀ। ਜਾ ਕੇ ਹਿਰਦੇ ਵਸਿਆ ਤੂੰ ਕਰਤੇ ਤਾਂ ਕਿ ਤੈਂ ਆਸ ਪੁਜਾਈ, ਕਹਿੰਦੇ ਜਿਸ ਦੇ ਹਿਰਦੇ 'ਚ ਤੂੰ ਪ੍ਰਗਟ ਹੋਇਆ ਉਹਦੀ ਸਾਰੀ ਆਸ ਪੂਰੀ ਕਰ ਦਿੱਤੀ ਹੈ। ਦਾਸ ਆਪਣੇ ਕੋ ਤੂੰ ਵਿਸਰੈ ਨਾਹੀ, ਚਰਨ ਧੂਰ ਮਨ ਲਾਈ, ਕਹਿੰਦੇ ਸਾਡੀ ਵੀ ਅਰਦਾਸ ਹੈ ਮਹਾਰਾਜ ਤੁਸੀਂ ਆਪਣੇ ਦਾਸਾਂ ਨੂੰ ਵਿਸਰੋ ਨਾ, ਕਿਰਪਾ ਕਰਕੇ ਸਾਨੂੰ ਵੀ ਸਦਾ ਚੇਤੇ ਰਹਿਣ ਲੱਗ ਪਓ। ਜਿਵੇਂ ਤੁਸੀਂ ਆਪਣੇ ਪਿਆਰਿਆਂ ਦੇ ਹਿਰਦੇ 'ਚ ਪ੍ਰਗਟ ਜੇ, ਇਹ ਬਖਸ਼ਿਸ਼ ਸਾਡੇ ਤੇ ਵੀ ਕਰੋ। ਦਾਸ ਆਪਣੇ ਕੋ ਤੂੰ ਵਿਸਰੈ ਨਾਹੀ, ਚਰਨ ਧੂਰ ਮਨ ਲਾਈ, ਮਹਾਰਾਜ ਉਹਨਾਂ ਦੀ ਚਰਨ ਧੂੜ ਸਾਨੂੰ ਬਖਸ਼ੋ, ਸਾਡਾ ਮਨ ਲੱਗੇ ਉਹਨਾਂ ਦੇ ਚਰਨਾਂ 'ਚ। ਜਿਨ੍ਹਾਂ ਦੇ ਹਿਰਦੇ 'ਚ ਤੁਸੀਂ ਪ੍ਰਗਟ ਜੇ, ਐਸੀ ਕਿਰਪਾ ਕਰੋ ਉਹਨਾਂ ਦੀ ਸੰਗਤ ਵਿੱਚ ਸਾਡਾ ਮਨ ਲੱਗ ਜਾਵੇ। ਚਰਨ ਧੂੜ, ਉਹਨਾਂ ਦੀ ਚਰਨ ਧੂੜ ਪ੍ਰਾਪਤ ਹੋਵੇ। ਮਨ ਲਾਈ, ਮੇਰਾ ਮਨ ਲੱਗੇ ਉੱਥੇ, ਦਿਲ ਲੱਗਣ ਲੱਗ ਪਵੇ ਉਹਨਾਂ ਦੀ ਸੰਗਤ 'ਚ, ਮੇਰਾ ਜੀ ਲੱਗੇ। ਕੱਲ ਵੀ ਇਹ ਬਚਨ ਆਇਆ ਸੀ ਮਹਾਰਾਜ ਦਾ, ਮਹਾਰਾਜ ਕਿਰਪਾ ਕਰੋ ਤੇ ਮੇਰਾ ਮਨ ਲੱਗਣ ਲੱਗ ਪਵੇ ਉੱਥੇ ਜਿੱਥੇ ਕੀਰਤੀ ਹੋ ਰਹੀ ਪ੍ਰਮਾਤਮਾ ਦੀ, ਜਿੱਥੇ ਪ੍ਰਮਾਤਮਾ ਦਾ ਜਸ ਹੋ ਰਿਹਾ ਉੱਥੇ ਮੇਰਾ ਮਨ ਲੱਗੇ। ਤੇ ਇਹ ਵੱਡੇ ਭਾਗ ਹੀ ਹੁੰਦੇ ਸਾਧ ਸੰਗਤ ਜੇ ਉੱਥੇ ਮਨ ਲੱਗੇ ਜਿੱਥੇ ਕੋਈ ਸਤ ਸੰਗਤ ਹੁੰਦੀ ਹੋਵੇ, ਕੋਈ ਮਹਾਰਾਜ ਜੀ ਦਾ ਜਸ ਹੁੰਦਾ ਹੋਵੇ, ਉੱਥੇ ਕਿਸੇ ਦਾ ਮਨ ਲੱਗੇ। ਨਹੀਂ ਤੇ ਬਹੁਤਾਤ ਵਿੱਚ ਉੱਥੇ ਮਨ ਲੱਗਦਾ ਨਹੀਂ ਹੁੰਦਾ। ਪਰ ਤੁਸੀਂ ਮਹਾਰਾਜ ਕਿਰਪਾ ਕਰੋ, ਦਾਸ ਆਪਣੇ ਕੋ ਤੂੰ ਵਿਸਰੈ ਨਾਹੀ, ਚਰਨ ਧੂਰ ਮਨ ਲਾਈ, ਮੇਰਾ ਮਨ ਉੱਥੇ ਲੱਗੇ, ਜੁੜੇ, ਮੈਨੂੰ ਉੱਥੋਂ ਆਨੰਦ ਆਉਣ ਲੱਗ ਪਵੇ। ਤੇਰੀ ਅਕਾਥ ਕਥਾ ਕਥਨ ਨਾ ਜਾਈ, ਕਹਿੰਦੇ ਪ੍ਰਮਾਤਮਾ ਤੇਰੇ ਗੁਣਾਂ ਦੀ ਕਥਾ ਦਾ ਕਥਨ ਨਹੀਂ ਹੋ ਸਕਦਾ। ਤੇਰੀ ਕਥਾ ਅਕਾਥ ਹੈ। ਅਕਾਥ ਦਾ ਅਰਥ ਹੀ ਹੁੰਦਾ ਵੀ ਸਾਰੀ ਜ਼ਿੰਦਗੀ ਲੰਘ ਜਾਵੇ ਤਾਂ ਵੀ ਪ੍ਰਮਾਤਮਾ ਦੇ ਗੁਣਾਂ ਦੀ ਸਾਰੀ ਕਥਾ ਨਹੀਂ ਹੋ ਸਕਦੀ। ਕਥਾ ਦਾ ਅਰਥ ਹੁੰਦਾ ਵਿਆਖਿਆ, ਉਹਦੇ ਸਾਰੇ ਗੁਣਾਂ ਦੀ ਵਿਆਖਿਆ ਨਹੀਂ ਹੋ ਸਕਦੀ। ਉਮਰ ਮੁੱਕ ਜਾਵੇਗੀ, ਬਲਕਿ ਦੁਨੀਆ ਜਦੋਂ ਤੋਂ ਬਣਿਆ ਸੰਸਾਰ ਉਦੋਂ ਤੋਂ ਪ੍ਰਮਾਤਮਾ ਨੂੰ ਗਾ ਰਹੇ ਨੇ ਗੁਰਮੁਖ ਪਿਆਰੇ, ਫਿਰ ਕਿਹੜਾ ਉਹਨਾਂ ਨੇ ਸਾਰਾ ਅੰਤ ਪਾ ਲਿਆ। ਇਸੇ ਲਈ ਉਹਨੂੰ ਸਾਧ ਸੰਗਤ ਜੀ ਉਹਦੀ ਕਥਾ ਨੂੰ ਅਕਾਥ ਆਖਿਆ। ਪਰ ਫਿਰ ਕਥਨ ਇਸ ਕਰਕੇ ਕਰੀਦਾ ਆਪਣੇ ਭਲੇ ਲਈ, ਮੁਕਾਉਣ ਵਾਸਤੇ ਨਹੀਂ, ਅੰਤ ਨਹੀਂ ਪੈ ਸਕਦਾ। ਹਾਂ, ਆਪਣੇ ਭਲੇ ਵਾਸਤੇ ਉਹਦੇ ਗੁਣਾਂ ਦੀ ਵਿਆਖਿਆ ਕਰੀਦੀ, ਜਿਸ ਕਰਕੇ ਆਪਣਾ ਸਮਾਂ ਸਫਲਾ ਹੋਣਾ ਹੁੰਦਾ। ਉਵੇਂ ਪ੍ਰਮਾਤਮਾ ਦੀ ਕਥਾ ਕਥਨ ਤੋਂ ਪਰੇ ਹੈ। ਬਲਕਿ ਇੱਕ ਹੀ ਸਰੂਪ ਦਸਾਂ ਸਰੂਪਾਂ ਚੋਂ ਆਪਾਂ ਲੈ ਲਈਏ ਤਾਂ ਮਹਾਰਾਜ ਦੇ ਭਜਨ ਕਹਿੰਦੇ ਗੁਰੂ ਅਮਰਦਾਸ ਕੀ ਅਕਾਥ ਕਥਾ ਹੈ, ਇੱਕ ਜਿਹੀ ਕਛ ਕਥਨ ਨਾ ਜਾਈ, ਕਹਿੰਦੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਹੀ ਕਥਾ ਇੱਕ ਜ਼ਬਾਨ ਨਾਲ ਨਹੀਂ ਹੋ ਸਕਦੀ। ਇੱਕ ਜ਼ਬਾਨ ਵਾਲਾ ਮਨੁੱਖ ਸਾਰੀ ਉਮਰ ਲੱਗਾ ਰਹੇਗਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੀ ਸਾਰੇ ਗੁਣ ਨਹੀਂ ਦੱਸ ਸਕਦਾ। ਤੇ ਫਿਰ ਦਸਾਂ ਪਾਤਸ਼ਾਹੀਆਂ ਦੇ, ਫਿਰ ਅਕਾਲ ਪੁਰਖ ਵਾਹਿਗੁਰੂ ਦੇ, ਕਿਉਂਕਿ ਉਹਦਾ ਨਿਰਗੁਣ ਸਰੂਪ 'ਚ ਉਹਦੇ ਸਾਰੇ ਗੁਣਾਂ ਦੀ ਵਿਆਖਿਆ ਹੋ ਹੀ ਨਹੀਂ ਸਕਦੀ। ਇਸ ਲਈ ਉਹਦੀ ਕਥਾ ਨੂੰ ਅਕਾਥ ਕਹਿੰਦੇ। ਤੇਰੀ ਅਕਾਥ ਕਥਾ ਕਥਨ ਨਾ ਜਾਈ, ਗੁਣ ਨਿਧਾਨ ਸੁਖ ਦਾਤੇ ਸੁਆਮੀ, ਕਹਿੰਦੇ ਇਹ ਤੂੰ ਗੁਣਾਂ ਦਾ ਖਜ਼ਾਨਾ, ਫਿਰ ਤੂੰ ਸੁੱਖਾਂ ਦਾ ਦਾਤਾ। ਤੂੰ ਬੇਅੰਤ ਗੁਣਾਂ ਦਾ ਮਾਲਕ ਹੈ, ਫਿਰ ਸੁੱਖਾਂ ਦਾ ਸਮੁੰਦਰ ਹੈ। ਗੁਣ ਨਿਧਾਨ ਸੁਖ ਦਾਤੇ ਸੁਆਮੀ, ਸਭ ਤੇ ਉੱਚ ਵਡਾਈ, ਕਹਿੰਦੇ ਤੇਰੀ ਵਡਿਆਈ ਸਭ ਤੋਂ ਉੱਚੀ ਹੈ, ਸਭ ਤੋਂ ਵੱਡੀ, ਉਸ ਬਰਾਬਰ ਹੋਰ ਨਹੀਂ ਕਿਸੇ ਦੀ। ਦੁਨਿਆਵੀ ਤੌਰ ਤੇ ਕਈ ਲੋਕਾਂ ਦੀ ਵਡਿਆਈ ਹੁੰਦੀ, ਚੰਗੇ ਬੰਦਿਆਂ ਦੀ ਵਡਿਆਈ ਸੰਸਾਰ ਕਰਦਾ, ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਰੱਬ ਦੇ ਪਿਆਰਿਆਂ ਦੀ ਵੀ ਉਸਤਤ ਹੁੰਦੀ ਹੈ। ਕਈ ਵਾਰ ਦੁਨਿਆਵੀ ਤੌਰ ਤੇ ਜਿਹੜੇ ਸੁਖੀ ਜਾਂ ਲੀਡਰ ਲੋਕ ਨੇ, ਰਾਜਨੇਤਾ, ਉਹਨਾਂ ਦੀ ਵੀ ਉਸਤਤ ਲੋਕ ਕਰਦੇ। ਰਾਜਿਆਂ ਮਹਾਰਾਜਿਆਂ ਦੀਆਂ ਵੀ ਲੋਕ ਕਵਿਤਾਵਾਂ ਲਿਖ ਲਿਖ ਕੇ ਭੱਟ ਲੋਕ ਮਰਾਸੀ ਲਿਆਉਂਦੇ ਨੇ, ਗਾਉਂਦੇ ਨੇ, ਉਹ ਵੀ ਵਡਿਆਈ ਹੁੰਦੀ ਉਹਨਾਂ ਦੀ। ਪਰ ਕਹਿੰਦੇ ਅਸਲ 'ਚ ਸਭ ਤੋਂ ਵੱਡੀ ਵਡਿਆਈ ਜਿਹੜੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਹੈ। ਕੋਈ ਵੀ ਹੋਰ ਵਡਿਆਈ ਕਿਸੇ ਦੀ ਵੀ ਪਰਮਾਤਮਾ ਦੇ ਬਰਾਬਰ ਪੁੱਜ ਨਹੀਂ ਸਕਦੀ।
गुण निधान सुख दाते स्वामी सब ते ऊच वडाई। कहते तू सुखां दा समुंदर है, जिवें समुंदर दा था नहीं पै सकता, इवें परमात्मा की वडियाई का भी कोई अंत नहीं। सब तो उच्ची सब तो वड्डी वडियाई अकाल पुरख वाहिगुरू दी। फिर उस वडियाई में साध संगत जी कोई मिलावट नहीं करनी पैंदी, क्योंकि जे बंदा बंदे की वडियाई करेगा तो फिर खुशामद वाले बचन बोलने पैणगे, निंदा करेगा तां भी कुछ कोलों लाना पैना, उस्तत करेगा तां भी कुछ कोलों जोड़ना पवेगा। परमात्मा की वडियाई करने वेले कुछ कोलों नहीं जोड़ना पैंदा। जो कुछ भी अखर चंगे लभ के आपां कर सकते हैं, इदों भी वड्डी हुंदी वडियाई। बल्कि सारी फिर भी नहीं आखी जाती। हुण आसा दी वार आपां सुणदे ते समाप्ति की पौड़ी च महाराज कहंदे वड्डे कियां वडियाईयां किश कहना कहण ना जाए। कहंदे वड्डे दियां इन्नियां वड्डियां वडियाईयां फिर भी कहण च नहीं आउंदियां गुरमुखो। सारा कुछ नहीं आख्या जा सकता, क्योंकि बहुत वड्डियां वडियाईयां उथों तक तो आपां नूं अखर भी नहीं लभदे। कलगीधर पातशाह जी दी वडियाई विच जिहड़े बचन उन्हां दे हजूरी कवियां ने कहे ने, वो महान कोश विच लिखे ने। 52 अखर बनते सारे 52। इन्ने चुन चुन के कमाल दे कलगीधर पातशाह जी की शोभा दे अखर उन्होंने आखे ने वधिया। ते पर वो 52 ते जाके मुक थोड़ा जाती 10वें पातशाह जी की वडियाई। अखर मुक जाते। हाँ पर लफ्ज नहीं होर चुन सकते लभ सकते, क्योंकि अपनी जिहड़ी गिणती अखरां दी ये एक लिमिट च अपनी वकैबलरी आ, कोई वो किसी लकीर दे अंदर अंदर है। सारे शब्दां दा जिहड़ा जोड़ तोड़ है वो गिणती च है। पर महाराज जी की जिहड़ी वडियाई वो गिणती च मिणती च नहीं हैगी। वो अखर उदों अगे उन्होंने नहीं होर लभे, 52 ही लभे ने। उन्हें बोल दिते सारे भी तू मुक्ति दाता, तुसी सर्ब कला समर्थ जे, तुसी रिजक दाते जे, तुसी तिन्ना लोकां दे मालक जे। तुसी वो चुन चुन के गिण दिते जिन्ने लभे। पर फिर भी 10वें पातशाह जी की वडियाई का कोई अंत नहीं। गुण निधान सुख दाते स्वामी सब ते ऊच वडाई। कहते तेरी सब तो उच्ची सब तो वड्डी वडियाई है। रहाओ विश्राम दे के कृपा करदे, सो सो कर्म करता है प्राणी जैसी तुम लिख पाई। कहते ने उसे उसे तरह के कर्म करते हैं जीव जिस तरह की मत्थे की रेखा लिख दी तू। हरेक प्राणी अपनी उस कर्म रेखा के अनुसार अपनी ड्यूटी करता पिया। इसे लई जिहड़ा महापुरुष हुंदा उन्होंने किसी टुटे हुए बंदे नूं देख के तरस ते आउंदा, गुस्सा नहीं आउंदा। आपां नूं गुस्सा आउंदा, आम बंदे नूं गुस्सा आउंदा भी ये की करदा बई एडा पाप करी जांदा, ये नाराजगी आवेगी। पर जिहड़ा महापुरुष है उन्होंने नाराजगी नहीं आउंदी, उन्होंने तरस आउंदा। उन्होंने पता भी असल जिस तरह की मत्थे की रेखा परमात्मा ने इहदे सुभाਅ दी कर्मां दी बनी हुई ने उस अनुसार ही चलना। तां ही फिर आपां भाई गुरदास जी की पौड़ी पढ़दे कि गणका पापन होए कै पापां दा गल हार परोता, महापुरख चाणचक गणका वाले आए खलोता, दुरमत देख दयाल होए। कहते उहदे पाप देख के उहदी खोटी मत देख के ते दया कीती, उहदे ते तरस कीता, गुस्सा नहीं कीता। नाराजगी नहीं आई भी की करदी पई नहीं, तरस कीता भी इहदा ये हुण इहदी कर्मगति ऐसी है, पर हुण आ गए ते इहदा भला करिए। इहदा भला किवें हो सकदा? ये बस फर्क हुंदा गुरमुखां च आम सधारण बंदे। तां कि भगतां तै सै सारियां जोड़ कदे ना आया। संसारी बंदा किसे नूं पामरता ही करदा देखे गुस्सा करेगा, महापुरुष देखे ते तरस करेगा, उहदे भले दी अरदास करेगा भी इहदी कर्मगति ऐसी है, पर महाराज तुसीं इहदा भला करो, इहदी कर्मगति सुधारो। दुरमत देख दयाल होए हत्थों उसनूं दित्तो सो तोता। भाई गुरदास जी कहंदे उहदी खोटी मत देख के तरस कीता उहदे ते, फिर उह ते दयालु होए, फिर एक विधि बना दित्ती ऐसी भी ये जपे, इहदा भी भला हो जाएगा। ये तां करके कहंदे गुरमुखो भी भगतां तैसा सारे संसारी लोकां दी बिरती होर हुंदी, रब दे प्यारिਆਂ दी भगतां दी बिरती उन्हां दा सुभाਅ होर हुंदा, उन्हां दी जीवन जाच होर है। ये सतगुरु गुरु अर्जन देव महाराज सच्चे पातशाह जी ने किरपा साध संगत जी कीती। अगली पौड़ी तो फिर आपां कल नूं व्याख्या प्रारंभ करांगे। सतगुरु जी रहमत करन, अपनी सारिਆਂ दी हाजरी गुरु साहब जी के दर ते प्रवान होवे जी। विचार करदे होइयां भुलां चुकां दी खिमा आप सारी संगत ने बख्श देनी। लेखा कते न छूटी खिन खिन भूलन हार बख्शो।
बख्शुणहार बख्श लै नानक पार उतार। वाहिगुरु जी का खालसा